ਸਭ ਤੋਂ ਵੱਧ ਤਗੜੇ ਐਂਟੀਆਕਸੀਡੈਂਟ ਜੇ ਕਿਤੇ ਲੱਭੇ ਨੇ ਤਾਂ ਬਲੂਬੈਰੀਜ਼ ਵਿੱਚ ਹੀ ਲੱਭੇ ਗਏ ਨੇ। ਮਰਦਾਨਾ ਕਮਜ਼ੋਰੀ ਵਾਸਤੇ ਹਮੇਸ਼ਾ ਤੋਂ ਕਾਲੇ ਅੰਗੂਰ ਕਾਫੀ ਵਰਤੇ ਜਾਂਦੇ ਰਹੇ। ਜੇ ਲੰਬੀ ਉਮਰ ਭੋਗਣੀ ਜੇ ਤਾਂ ਰੋਜ਼ ਦੀ ਇੱਕ ਕੌਲੀ ਛੋਟੀ ਜੇ ਆਪਾਂ ਰੈਗੂਲਰ ਤੌਰ ਤੇ ਖਾਂਦੇ ਰਵਾਂਗੇ ਤਾਂ ਹੀ ਅਸਰ ਤੱਕ ਸਕਦੇ ਨੇ। ਬੱਚੇ, ਬਜ਼ੁਰਗ, ਔਰਤਾਂ ਕਿ ਉਹਨਾਂ ਲਈ ਵੀ ਇਹ ਲਾਹੇਵੰਦ ਹੈ। ਇਸ ਤੋਂ ਵੱਧ ਤਗੜਾ ਕੁਦਰਤੀ ਢੰਗ ਨਾਲ ਯਾਦਾਸ਼ਤ ਤਰੋ-ਤਾਜ਼ਾ ਰੱਖਣ ਲਈ ਇਸ ਤੋਂ ਤਗੜੀ ਚੀਜ਼ ਕੋਈ ਰੱਬ ਨੇ ਬਣਾ ਕੇ ਅਜੇ ਤੱਕ ਨਹੀਂ ਦਿੱਤੀ ਜਾਂ ਸਾਨੂੰ ਲੱਭੀ ਸਾਡੇ ਤੋਂ ਗਈ ਨਹੀਂ। ਅਸਲੀ ਫਾਇਦਾ ਜੇ ਕਿਸੇ ਨੇ ਲੈਣਾ ਹੋਏ ਤਾਂ ਹਾਰਟ ਦੇ ਜਿਹੜੇ ਬਲੱਡ ਪ੍ਰੈਸ਼ਰ ਦੇ ਜਾਂ ਹਾਰਟ ਦੇ ਜਾਂ ਸ਼ੱਕਰ ਰੋਗੀਆਂ ਨੂੰ ਇਹ ਬਹੁਤ ਤਗੜਾ ਅਸਰ ਤੇ ਵਧੀਆ ਅਸਰ ਦਿਖਾਉਂਦਾ। ਜਿਹੜੀਆਂ ਰੈਗੂਲਰ ਬਲੂਬੈਰੀਜ਼ ਮਿਲ ਰਹੀਆਂ ਨੇ ਉਹਨਾਂ ਦੇ ਇਹ ਅਸਰ ਨਹੀਂ ਹਨ। ਜਿਹੜੀ ਛੋਟੀ ਬੂਟੀ ਨਾਲ ਲੱਗਦੀਆਂ ਬਲੂਬੈਰੀਜ਼ ਨੇ ਜਾਂ ਜੰਗਲੀ ਲੱਗੀਆਂ ਬਲੂਬੈਰੀਜ਼ ਉਹ ਜ਼ਿਆਦਾ ਅਸਰਦਾਰ ਨੇ। ਜੇ ਕੈਂਸਰ ਤੋਂ ਬਚਣਾ ਜੇ ਬੁਢੇਪੇ ਤੋਂ ਬਚਣਾ ਜੇ ਜ਼ਿਆਦਾ ਦੇਰ ਜਵਾਨ ਰਹਿਣਾ ਤਾਂ ਫਿਰ ਭਾਈ ਚੋਟੀ ਦੇ 10 ਖਾਣੇ ਜ਼ਰੂਰ ਖਾਇਓ। ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਆਨੰਦਪ੍ਰੀਤ ਸਿੰਘ। ਪ੍ਰਾਈਮ ਹੈਲਥ ਪਿਛਲੇ ਕੁਝ ਦਿਨਾਂ ਤੋਂ ਨਹੀਂ ਹੋ ਸਕਿਆ, ਉਹਦੇ ਲਈ ਮਾਫੀ। ਪਰ ਉਹਦਾ ਕਾਰਨ ਇੱਕ ਸੀ ਕਿ ਡਾਕਟਰ ਹਰਸ਼ਿੰਦਰ ਕੌਰ ਜੀ ਕੈਨੇਡਾ ਦੌਰੇ ਦੇ ਉੱਤੇ ਸੀ ਤੇ ਉੱਥੇ ਇਹ ਬਲੂਬੈਰੀਜ਼ ਬਹੁਤ ਖਾਈਆਂ ਇਹਨਾਂ ਨੇ ਤੇ ਦੇਖਦੇ ਹਾਂ ਕਿ ਉਹਨਾਂ ਦੇ ਫਾਇਦੇ ਵੀ ਕਹਿ ਰਹੇ ਦੱਸਣ ਵਾਲੇ ਨੇ ਤੇ ਫਾਇਦੇ ਵੀ ਅਸੀਂ ਜਾਣਨੇ ਆ। ਪਰ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ। ਮੈਡਮ ਬਹੁਤ ਬਹੁਤ ਸਵਾਗਤ ਪ੍ਰਾਈਮ ਏਸ਼ੀਆ ਟੀਵੀ ਦੇ ਉੱਤੇ। ਬਹੁਤ ਬਹੁਤ ਧੰਨਵਾਦ। ਤੇ ਆਨੰਦਪ੍ਰੀਤ ਜੀ ਕਮਾਲ ਇਹ ਹੁੰਦਾ ਵੀ ਕਹਿੰਦੇ ਨੇ ਤੁਸੀਂ ਜਿਵੇਂ ਤੁਹਾਡੇ ਪ੍ਰੋਗਰਾਮ ਦੀ ਤੁਹਾਡੀ ਜਿਵੇਂ ਸਿਫਤ ਹੁੰਦੀ ਜੇ ਉਹਦੇ ਨਾਲ ਨਾਲ ਮੈਂ ਵੀ ਤਰੀ ਜਾਂਦੀ ਹਾਂ। ਸੋ ਵਧੀਆ ਜੀ, ਲੋਕ ਤੁਹਾਨੂੰ ਸੁਣਨ ਦੇ ਮਾਰੇ ਮੇਰਾ ਵੀ ਪ੍ਰੋਗਰਾਮ ਨਾਲ ਸੁਣੀ ਜਾਂਦੇ ਨੇ। ਸੋ ਜਿੰਨੀ ਕੁ ਸੋਭਾ ਤੁਹਾਡੀ ਹੋ ਰਹੀ ਹੈ ਉਨੀ ਕੁ ਨਾਲ ਮੈਨੂੰ ਵੀ ਵਿੱਚ ਸ਼ਾਬਾਸ਼ੀ ਮਿਲ ਗਈ ਹੈ। ਸੋ ਸਾਰੇ ਹੀ ਸੁਣਨ ਵੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ। ਜਿਵੇਂ ਪਿਆਰ ਤੇ ਸਤਿਕਾਰ ਉਹ ਸਾਡੇ ਪ੍ਰੋਗਰਾਮ ਨੂੰ ਦਿੰਦੇ ਨੇ, ਮੈਨੂੰ ਆਪ ਨੂੰ ਅੰਦਾਜ਼ਾ ਹੀ ਨਹੀਂ ਸੀ। ਜਦੋਂ ਜਾ ਕੇ ਆਮੋ ਸਾਹਮਣੇ ਗੱਲ ਹੋਈ ਫਿਰ ਪਤਾ ਲੱਗਿਆ ਕਿ ਕਿੰਨੇ ਹੀ ਉਹਨਾਂ ਦੇ ਮਨਾਂ ਵਿੱਚ ਸਵਾਲ ਸਨ ਤੇ ਕਿੰਨੀਆਂ ਹੀ ਉਹਨਾਂ ਦੀਆਂ ਜੋ ਪ੍ਰੋਬਲਮ ਸੀ, ਇਸ਼ੂ ਸੀ, ਉਹ ਸਾਰਿਆਂ ਦੇ ਵਿੱਚ ਇੱਕ ਬਹੁਤ ਖਾਸ ਜ਼ਿਕਰ ਹੋਇਆ ਬਲੂਬੈਰੀਆਂ ਦਾ। ਮੈਨੂੰ ਆਨੰਦਪ੍ਰੀਤ ਜੀ ਉਹਨਾਂ ਨੇ ਦੇਖੋ ਮੈਂ ਹੁਣ ਕੱਲੀ ਸਾਂ, ਮੈਨੂੰ ਤਾਂ ਬੜੀ ਵਧੀਆ ਅਦਰਕ ਦੀ ਚਾਹ ਇੱਕ ਨਹੀਂ ਦੋ ਨਹੀਂ ਕਿੰਨੀ ਵਾਰ ਮਿਲ ਗਈ ਜੀ। ਤੁਸੀਂ ਰਹਿ ਗਏ ਹੋ। ਮੈਂ ਮਿਸ ਕਰਦਾ ਜੀ ਉਹਨੂੰ। ਸੋ ਸੱਚਮੁੱਚ ਬੜਾ ਹੀ ਲੋਕੀ ਚਾਹ ਦੇ ਨਾਲ ਪ੍ਰੋਗਰਾਮ ਜਿਵੇਂ ਉਹਨਾਂ ਨੇ ਦੱਸਿਆ ਦੇਖਦੇ ਨੇ। ਸੱਚੀ ਬੜੀ ਖੁਸ਼ੀ ਹੋਈ ਕਿ ਅਸੀਂ ਕਿਸੇ ਦਾ ਥੋੜਾ ਬਹੁਤ ਫਾਇਦਾ ਕਰਨ ਜੋਗੇ ਹੋਏ ਆ। ਸੋ ਬਲੂਬੈਰੀਆਂ ਕਿਉਂਕਿ ਹੁਣ ਉਹਨਾਂ ਦੀ ਖਾਸ ਡਿਮਾਂਡ ਸੀ ਕਿ ਸਾਡੇ ਬਹੁਤ ਜ਼ਿਆਦਾ ਨੇ ਇਹਦੇ ਸੰਬੰਧ ਵਿੱਚ ਜੇ ਕੋਈ ਖੋਜਾਂ ਹੋਈਆਂ ਨੇ ਜ਼ਰੂਰ ਜ਼ਿਕਰ ਕਰੋ। ਸੋ ਉਹਦੇ ਬਾਰੇ ਹੀ ਅੱਜ ਕੋਸ਼ਿਸ਼ ਕਰਾਂਗੇ ਕਿਉਂਕਿ ਬਲੂਬੈਰੀਆਂ ਤਾਂ ਅਸਲ ਵਿੱਚ ਪ੍ਰੋਗਰਾਮ ਮੰਗਦੀਆਂ ਨੇ 2 ਘੱਟੋ ਘੱਟ, ਇੱਕ 'ਚ ਪੂਰਾ ਹੀ ਨਹੀਂ ਹੁੰਦਾ। ਪਰ ਕੋਸ਼ਿਸ਼ ਕਰਾਂਗੇ ਉਹਨੂੰ ਛੋਟਾ ਕਰਕੇ ਕਿ ਜਿੰਨੀਆਂ ਕੁ ਖੋਜਾਂ ਦੇ ਆਧਾਰ ਤੇ ਹਮੇਸ਼ਾ ਵਾਂਗ ਹੀ ਆਨੰਦਪ੍ਰੀਤ ਜੀ ਮੇਰਾ ਖਿਆਲ ਹੈ ਇੱਕ ਗੱਲ ਵਾਰ-ਵਾਰ ਸਪਸ਼ਟ ਕਰਦੇ ਹਾਂ ਕਿ ਤੁਹਾਨੂੰ ਇੰਟਰਨੈਟ ਤੇ ਜਾਂ ਤੁਸੀਂ ਸੋਸ਼ਲ ਮੀਡੀਆ ਤੇ ਬੇਅੰਤ ਚੀਜ਼ਾਂ ਮਿਲਣਗੀਆਂ। ਉਸ ਹਿਸਾਬ ਨਾਲ ਕਰਨ ਲੱਗੀਏ ਤਾਂ ਸ਼ਾਇਦ ਚੈਪਟਰ ਤੇ ਚੈਪਟਰ ਲਿਖੀ ਜਾਓ। ਪਰ ਜੋ ਖੋਜਾਂ ਅਸਲ ਵਿੱਚ ਹੋਈਆਂ ਨੇ ਜਿਨ੍ਹਾਂ ਦੇ ਵਿੱਚੋਂ ਵਾਕਈ ਸਾਨੂੰ ਦਿਖਿਆ ਕਿ ਇਹਨਾਂ ਚੀਜ਼ਾਂ ਤੇ ਇਹਦੇ ਅਸਰ ਨੇ, ਸਿਰਫ ਉਹੀ ਅਸੀਂ ਫਾਇਦੇ ਇਹਨਾਂ ਦੇ ਗਿਣਾਵਾਂਗੇ। ਉਸ ਤੋਂ ਇਲਾਵਾ ਜਿੰਨੇ ਵੀ ਫਾਇਦੇ ਤੁਹਾਨੂੰ ਮਿਲਦੇ ਨੇ ਕਿਸੇ ਨੂੰ ਜ਼ਰੂਰ ਸਾਂਝੇ ਕਰਿਓ ਜੇ ਕਿਸੇ ਨੂੰ ਇਸ ਤੋਂ ਵੱਧ ਕਿਸੇ ਚੀਜ਼ 'ਚ ਫਾਇਦੇ ਮਿਲੇ ਹੋਣ। ਸੋ ਬਲੂਬੈਰੀਆਂ ਦੇ ਮੈਂ ਦਾਅਵੇ ਨਾਲ ਕਹਿ ਸਕਦੀ ਹਾਂ ਕਿ ਜੇ ਆਪਾਂ ਪੁਰਾਣੇ ਸਮਿਆਂ ਤੋਂ ਕੁਝ ਚੀਜ਼ਾਂ ਇਹਦੇ ਵਿੱਚ ਮੈਂ ਸ਼ਾਮਲ ਕਰ ਲਵਾਂ ਜੋ ਪੁਰਾਣੇ ਹਕੀਮ ਵਰਤਦੇ ਸਨ ਤਾਂ ਬਲੂਬੈਰੀਆਂ ਤੋਂ ਬਗੈਰ ਇੱਕ ਵੀ ਘਰ ਨਹੀਂ ਰਹਿਣਾ। ਇੰਨਾ ਕਿਦਾ ਫਾਇਦਾ ਹੈ। ਪਰ ਉਸ ਤੋਂ ਬਾਅਦ ਮੁਸ਼ਕਿਲ ਇਹ ਹੋ ਜਾਣੀ ਹੈ ਕਿ ਨਾ ਆਨੰਦਪ੍ਰੀਤ ਨੂੰ ਤੇ ਨਾ ਮੈਨੂੰ ਸਾਨੂੰ ਬਲੂਬੈਰੀਆਂ ਇੱਥੇ ਤਾਂ ਕਿਤੇ ਬੜੇ ਛਾਈ ਦਿਸਦੀਆਂ ਨੇ ਵੀ ਹਾਂ ਮਿਲ ਗਈਆਂ ਕਿਤੇ ਸਾਨੂੰ ਤਾਂ ਮਿਲਦੀਆਂ ਜੀ। ਮੈਂ ਮਾਫੀ ਚਾਹੁੰਦਾ ਤੁਹਾਨੂੰ ਰੋਕ ਰਿਹਾ ਪਰ ਸਵਾਲ ਇਹ ਕਰਨਾ ਵੀ ਕਿ ਤੁਸੀਂ ਸਿਰਫ
ਬਲੂਬੈਰੀਆਂ ਖਾ ਕੇ ਆਏ ਹੋ ਜਾਂ ਕੁਝ ਸਾਡੇ ਲਈ ਵੀ ਲੈ ਕੇ ਆਏ ਹੋ, ਤੇ ਇਹਦੇ ਫਾਇਦੇ ਤੁਸੀਂ ਗਿਣਾਉਣੇ ਤਾਂ ਸਾਨੂੰ ਪਤਾ ਹੀ ਹੈ, ਪਰ ਸਭ ਤੋਂ ਪਹਿਲਾਂ ਤੁਸੀਂ ਸਾਨੂੰ ਦੱਸੋ ਕੁਝ ਸਾਡੇ ਲਈ ਲੈ ਕੇ ਆਏ ਹੋ ਜਾਂ ਨਹੀਂ? ਇਹਨਾਂ ਦੀ ਲਾਈਫ ਇੰਨੀ ਥੋੜੀ ਹੈ ਜੀ, ਲਿਆਉਣ ਜੋਗੀਆਂ ਬਚਦੀਆਂ ਹੀ ਨਹੀਂ, ਇਸੇ ਲਈ ਜਿਵੇਂ ਦੁਕਾਨਾਂ ਤੇ ਇੱਥੇ ਮਿਲਦੀਆਂ ਵੀ ਨੇ ਸਾਡੇ ਕੁਝ ਵੱਡੇ ਸਟੋਰਾਂ ਤੇ, ਤਾਂ ਜੀ ਉਹ ਬਹੁਤ ਥੋੜੇ ਸਮੇਂ ਹੀ ਰਹਿੰਦੀਆਂ ਨੇ। ਆਲਰੇਡੀ ਕੋਲਡ ਸਟੋਰੇਜ ਤੋਂ ਆਈਆਂ ਹੁੰਦੀਆਂ ਨੇ, ਤਾਂ ਥੋੜੀ ਦੇਰ ਬਾਅਦ ਹੀ ਇਹ ਖਰਾਬ ਹੋ ਜਾਂਦੀਆਂ, ਤੇ ਨਾ ਜੇ ਵਰਤੋਂ ਫ੍ਰਿਜ 'ਚ ਰੱਖੇ ਅਗਲੇ ਦਿਨ ਤੱਕ ਕਈ ਵਾਰ ਤਾਂ ਉੱਲੀ ਲੱਗਣੀ ਸ਼ੁਰੂ ਹੋ ਜਾਂਦੀ ਹੈ। ਤਾਂ ਇੰਨਾ ਕੁ ਇਹਦਾ ਮੰਦਾ ਹਾਲ ਹੈ, ਮਹਿੰਗੀਆਂ ਬਹੁਤ ਨੇ। ਤਾਂ ਆਪਾਂ ਦੂਰੋਂ ਦੂਰੋਂ ਹੀ ਜਾਂ ਫਿਰ ਜਦੋਂ ਗਏ ਆਪਾਂ ਇਕੱਠੇ ਰਲ ਕੇ ਉੱਥੇ ਖਾਵਾਂਗੇ, ਇਹੀ ਅਸੀਂ ਕਹਿ ਸਕਦੇ ਹਾਂ। ਪਰ ਆਫ ਕੋਰਸ ਜਿਹੜੇ ਇੱਥੇ ਜੈਮਸ ਮਿਲਦੇ ਨੇ, ਸਕੁਐਸ਼ਸ ਮਿਲਦੇ ਨੇ, ਉਹਨਾਂ ਵਿੱਚ ਮੈਂ ਪਹਿਲਾਂ ਹੀ ਦੱਸ ਦਿਆਂ ਕਿ ਜਿੰਨੇ ਵੀ ਫਾਇਦੇ ਵੇਖੇ ਗਏ ਨੇ ਉਹ ਇਹਨਾਂ ਦੇ ਜੈਮ ਜਾਂ ਜਿਸ ਤਰ੍ਹਾਂ ਦੇ ਮਿਲਦੇ ਨੇ ਇੱਥੇ, ਉਹ ਉਹਨਾਂ 'ਚ ਨਹੀਂ ਮਿਲਦੇ। ਸੋ ਉਹ ਆਪਾਂ ਨੂੰ ਭਾਵੇਂ ਸਵਾਦ ਵਜੋਂ ਖਾਈ ਜਾਓ, ਜੀ ਪਰ ਜੋ ਅਸਲ ਫਾਇਦੇ ਨੇ ਉਹ ਤਾਜ਼ੀਆਂ ਬਲੂਬੈਰੀਜ਼ ਖਾਣ ਦੇ ਨਾਲ ਹੀ ਹੁੰਦੀਆਂ ਨੇ। ਉਹ ਭਾਵੇਂ ਦਹੀਂ 'ਚ ਖਾਧੇ ਜਾਣ ਜਾਂ ਸਮੂਦੀ ਉਸੇ ਵੇਲੇ ਬਣਾ ਕੇ ਦਹੀਂ ਦੇ ਵਿੱਚ ਹੀ ਉਸ ਤਰ੍ਹਾਂ ਪੀ ਲਈ ਜਾਏ, ਉਹ ਉਹਨਾਂ ਦੇ ਫਾਇਦੇ ਜ਼ਿਆਦਾ ਹੁੰਦੇ ਨੇ। ਖੈਰ, ਜਿਸ ਕਾਰਨ ਬਲੂਬੈਰੀਜ਼ ਬਹੁਤ ਜ਼ਿਆਦਾ ਚਰਚਾ ਵਿੱਚ ਆਈਆਂ ਸਨ, ਉਹ ਕਾਰਨ ਇਹ ਸੀ ਜੀ ਕਿ ਮਰਦਾਨਾ ਕਮਜ਼ੋਰੀ ਵਾਸਤੇ ਹਮੇਸ਼ਾ ਤੋਂ ਕਾਲੇ ਅੰਗੂਰ ਕਾਫੀ ਵਰਤੇ ਜਾਂਦੇ ਰਹੇ, ਹਦਵਾਣਾ ਵਰਤਿਆ ਜਾਂਦਾ ਰਿਹਾ, ਕੇਲੇ ਵਰਤੇ ਜਾਂਦੇ ਰਹੇ, ਅਨਾਰ ਵਰਤੇ ਜਾਂਦੇ ਰਹੇ। ਇਹ ਉਹ ਸਨ ਜਿਹੜੇ ਕਾਫੀ ਇਹਨਾਂ ਤੋਂ ਦਵਾਈਆਂ ਤੱਕ ਵੀ ਬਣੀਆਂ, ਇਹਨਾਂ ਤੋਂ ਯਾਨੀ ਹਕੀਮ ਇਹਨਾਂ ਨੂੰ ਵਰਤਦੇ ਵੀ ਰਹੇ, ਇੱਥੋਂ ਤੱਕ ਕਿ ਕਿਉਂਕਿ ਕੁਝ ਸਾਈਕੋਲੋਜੀਕਲ ਜਿਹੜੇ ਇਸ਼ੂਜ਼ ਹੁੰਦੇ ਸਨ ਉਹਨਾਂ ਵਾਸਤੇ ਤਾਂ ਇਹ ਕਾਲੇ ਅੰਗੂਰ ਜਾਂ ਕੇਲਾ ਜਾਂ ਹਦਵਾਣਾ ਜਾਂ ਜਿਵੇਂ ਅਨਾਰ ਮੈਂ ਜ਼ਿਕਰ ਕੀਤਾ, ਇਹ ਖਾਣ ਨਾਲ ਜਿਵੇਂ ਉਹ ਮਨ ਨੂੰ ਇਹ ਸੁਨੇਹਾ ਪਹੁੰਚ ਜਾਂਦਾ ਸੀ, ਹਾਂ ਮੈਂ ਖਾ ਲਿਆ ਹੁਣ ਮੈਂ ਠੀਕ ਹੋਊਂਗਾ। ਸੋ ਉਹ ਸਾਈਕੋਲੋਜੀਕਲ ਇਸ਼ੂਜ਼ ਵੀ ਇਹਦੇ ਨਾਲ ਠੀਕ ਹੁੰਦੇ ਰਹੇ। ਖੈਰ, ਬਲੂਬੈਰੀਜ਼ ਦੇ ਉੱਤੇ ਫਿਰ ਜਦੋਂ ਇਹ ਟੈਸਟ ਕੀਤੇ ਗਏ ਕੁਝ, ਤਾਂ ਕਮਾਲ ਦੇ ਅਸਰ ਪਹਿਲਾਂ ਚੂਹਿਆਂ ਦੇ ਉੱਤੇ ਹੋਏ, ਫਿਰ ਖਰਗੋਸ਼ਾਂ ਦੇ ਉੱਤੇ ਹੋਏ, ਫਿਰ ਹਿਊਮਨ ਬੀਇੰਗਸ ਤੇ ਹੋਏ। ਉਹਨਾਂ ਤੇ ਵੀ ਇਹ ਦੇਖਿਆ ਗਿਆ ਕਿ ਇਹਨਾਂ ਵਿੱਚ ਮਰਦਾਨਾ ਸੈਕਸ ਹਾਰਮੋਨ ਜੋ ਟੈਸਟੋਸਟੇਰੋਨ ਹੁੰਦਾ ਜੇ, ਉਹਦੇ ਤੰਦਰੁਸਤ ਹੋਣ ਨਾਲ ਯਾਨੀ ਉਹਦੀ ਵਧੀਆ ਮਾਤਰਾ ਕਰਨ ਵਿੱਚ, ਤੇ ਫਿਰ ਹੈਲਦੀ ਸਪਰਮਸ ਕਰਨ ਵਿੱਚ, ਸਪਰਮ ਕਾਊਂਟ ਵਧਾਉਣ ਵਿੱਚ, ਉਹਨਾਂ ਦੀ ਮੋਟਿਲਿਟੀ ਠੀਕ ਕਰਨ ਵਿੱਚ, ਇਹ ਸਾਰੀਆਂ ਚੀਜ਼ਾਂ ਵਿੱਚ ਲੈਬੋਰੇਟਰੀ ਵਿੱਚ ਤਾਂ ਕਮਾਲ ਦੇ ਅਸਰ ਦਿਖੇ। ਤੇ ਫਿਰ ਕਾਰਨ ਕੀ ਸੀ ਉਹਦੇ, ਉਹ ਸਟੱਡੀ ਜਦੋਂ ਕੀਤੀ ਗਈ ਉਹਦੇ 'ਚ ਇਹਦੇ ਵਿਚਲੇ ਐਂਥੋਸਾਇਨਿਨ ਨੇ ਜਿਹੜੇ ਇਹਨੂੰ ਰੰਗ ਦਿੰਦੇ ਨੇ ਨੀਲਾ, ਜੀ ਉਹ ਇੰਨਾ ਕੁ ਤਗੜੇ ਐਂਟੀਆਕਸੀਡੈਂਟ ਨੇ, ਜਿਨ੍ਹਾਂ 'ਚ ਕੁਝ ਨਾਮ ਮੈਂ ਲੈ ਦੇਵਾਂ ਜਿਹੜੇ, ਕਿਉਂਕਿ ਸਾਡੇ ਪ੍ਰੋਗਰਾਮ ਨੂੰ ਕੁਝ ਡਾਕਟਰ ਵੀ ਬੜੇ ਸ਼ੌਕ ਨਾਲ ਸੁਣਦੇ ਨੇ, ਖਾਸ ਤੌਰ ਤੇ ਐਲੋਪੈਥਿਕ ਮੇਰੇ ਆਪਣੇ ਪੇਸ਼ੇ ਦੇ ਨਾਲ ਹੀ ਜੁੜੇ, ਤੇ ਉਹ ਕਹਿੰਦੇ ਕਿ ਸਾਨੂੰ ਵੀ ਇਹਦੇ ਚੋਂ ਕਦੇ ਕਦੇ ਕੁਝ ਨਵੀਆਂ ਚੀਜ਼ਾਂ ਸੁਣਨ ਨੂੰ ਮਿਲ ਜਾਂਦੀਆਂ। ਸੋ ਮੈਂ ਤਾਂ ਹੀ ਦੱਸ ਦਿਆਂ ਕਿ ਉਹਨਾਂ ਕਾਰਨ ਹੀ ਦਰਅਸਲ ਇਹ ਸੁਪਰ ਫੂਡ ਗਿਣੀ ਗਈ, ਕਿਉਂਕਿ ਇਸ ਵਿੱਚ ਦੋ ਅਹਿਮ ਚੀਜ਼ਾਂ, ਜੇ ਕੋਈ ਕੱਲ ਨੂੰ ਖੋਲ ਕੇ ਦੇਖਣਾ ਵੀ ਚਾਹੇ ਤਾਂ ਕੁਇਰਸਟਿਨ ਤੇ ਰੈਸਵੈਰਾਸਟਰੋਲ, ਇਹ ਦੋ ਚੀਜ਼ਾਂ ਨੇ ਜਿਹੜੀਆਂ ਇਸ ਨੂੰ ਬਾ ਕਮਾਲ ਸੁਪਰ ਫੂਡ ਸਾਬਤ ਕਰ ਰਹੀਆਂ ਨੇ। ਸੋ ਹੁਣ ਤੱਕ ਦੇ ਜਿੰਨੇ ਵੀ ਆਪਾਂ ਪ੍ਰੋਗਰਾਮ ਦੇ ਵਿੱਚ ਕਿਸੇ ਵੀ ਫਲ ਜਾਂ ਸਬਜ਼ੀ ਦੀ ਹੁਣ ਤੱਕ ਦੀ ਗੱਲ ਕੀਤੀ ਜੇ, ਸਭ ਤੋਂ ਵੱਧ ਤਗੜੇ ਐਂਟੀਆਕਸੀਡੈਂਟ ਜੇ ਕਿਤੇ ਲੱਭੇ ਨੇ ਤਾਂ ਬਲੂਬੈਰੀਜ਼ ਵਿੱਚ ਹੀ ਲੱਭੇ ਗਏ ਨੇ। ਇਸੇ ਲਈ ਸੁਪਰ ਫੂਡ ਦੇ ਨਾਲ ਨਾਲ ਇਹਨੂੰ ਲੰਮੀ ਜ਼ਿੰਦਗੀ ਦਾ ਰਾਜ਼ ਇਹ ਵੀ ਇਹਦਾ ਨਾਮ ਦੇ ਦਿੱਤਾ ਗਿਆ, ਯਾਨੀ ਮੈਡੀਕਲ ਟਰਮੀਨੋਲੋਜੀ ਵਿੱਚ, ਕਿ ਭਾਈ ਜੇ ਲੰਬੀ ਉਮਰ ਭੋਗਣੀ ਜੇ ਤਾਂ ਰੋਜ਼ ਦੀ ਇੱਕ ਕੌਲੀ ਛੋਟੀ, ਮੈਂ ਇਹ ਵੀ ਦੱਸ ਦਿਆਂਗੀ ਕਿ ਜੇ ਵਾਧੂ ਖਾਓਗੇ ਤਾਂ ਨੁਕਸਾਨ ਵੀ ਤਗੜੇ ਹੋ ਜਾਣੇ ਜੇ, ਕਿਉਂਕਿ ਸਾਡੀ ਆਦਤ ਹੈ ਜਦੋਂ ਕਿਸੇ ਚੀਜ਼ ਦਾ ਫਾਇਦਾ ਦਿਖੇ ਫਿਰ ਸਾਨੂੰ ਲੱਗਦਾ ਵੀ ਇੱਕੋ ਹੀ ਦਿਨ ਹੀ ਸਾਰਾ ਕੁਛ ਕਰ ਲਈਏ। ਸੋ ਇਹ ਪਹਿਲੀ ਗੱਲ ਤਾਂ 1 ਘੰਟੇ ਵਿੱਚ ਅਸਰ ਨਹੀਂ ਜੇ ਕਰਨੀ, ਇਹਨੂੰ ਜੇ ਆਪਾਂ ਰੈਗੂਲਰ ਤੌਰ ਤੇ ਖਾਂਦੇ ਰਵਾਂਗੇ ਤਾਂ ਹੀ ਅਸਰ ਦੱਸਦੇ ਨੇ, ਉਹ ਆਪਾਂ ਖੋਜਾਂ 'ਚ ਵੀ ਦੱਸ ਦਿਆਂਗੇ। ਪਰ ਇਹਦੇ ਵਿੱਚ ਜਿਸ ਤਰ੍ਹਾਂ ਦੀ ਜੋ ਮਤਲਬ ਇਹਦੇ ਖੋਜ ਜੋ ਲੱਭੀ ਸੀ, ਉਹਦੇ ਵਿੱਚ ਇੱਕ ਮਿਕਸਚਰ ਐਡ ਸਭ ਤੋਂ ਪਹਿਲਾਂ ਕੀਤਾ ਗਿਆ। ਉਸ ਮਿਕਸਚਰ ਵਿੱਚ ਕੀ ਪਾਇਆ ਸੀ ਇਹਨਾਂ ਨੇ,
ਟੈਸਟੋਸਟੈਰੋਨ ਲਈ ਜਦੋਂ ਪਹਿਲੀ ਖੋਜ ਹੋਈ ਸੀ, ਮੈਂ ਸਪਸ਼ਟ ਕਰ ਦਿਆਂ ਕਿ ਉਦੋਂ ਕੱਲੀਆਂ ਬਲੂਬੈਰੀਜ਼ ਨਹੀਂ ਸੀ ਪਾਈਆਂ ਗਈਆਂ। तो पहली खोज विच उन्होंने स्ट्रॉबेरीज भी पाइयां सी, चैरीज भी पाइयां सी, रस भरियां पाइयां सी, ब्लैकबेरीज भी पाइयां सी, ब्लूबेरीज भी पाइयां सी। तो एक इकट्ठा मिश्रण सी जिहदे विच दस्सिया गया कि सब तो वध असरदार जिहड़ियां इस चीज लई साबित होईयां ने वो बेरीज, यानी उन्होंने नां देता भी कल्लियां ब्लू नहीं, बैरियां सारियां ही उन्होंने कहा भी कमाल दा असर विखाउंदियां जी। ਹੁਣ ਬਲੂਬੈਰੀਜ਼ ਵੀ ਜਿਹੜੀਆਂ ਅਸੀਂ ਆਮ ਵਰਤੋਂ ਵਿੱਚ ਦੇਖ ਰਹੇ ਹਾਂ ਕੈਨੇਡਾ ਜਾਂ ਅਮਰੀਕਾ 'ਚ, ਉਹ ਹੁੰਦੀਆਂ ਨੇ ਥੋੜੀਆਂ ਵੱਡੀਆਂ ਬੁਸ਼ਸ ਤੇ ਲੱਗੀਆਂ। ਮੈਂ ਉਹ ਵੀ ਸਪਸ਼ਟ ਕਰ ਦਿਆਂ ਕਿ ਇਹ ਜਿਹੜੇ ਟੈਸਟ ਹੋਏ ਉਹਨਾਂ ਨੇ ਕਿਹਾ ਜਿਹੜੀਆਂ ਜੰਗਲੀ ਜਾਂ ਛੋਟੀਆਂ ਬੂਟੀਆਂ ਦੇ ਉੱਤੇ ਲੱਗਦੀਆਂ ਬੈਰੀਜ਼ ਨੇ ਬਲੂਬੈਰੀਜ਼, ਉਹ ਉਹਨਾਂ ਵਿੱਚ ਦੂਜੇ ਨਾਲੋਂ ਦੁੱਗਣੇ ਜਾਂ ਤਿਗਣੇ ਐਂਟੀਆਕਸੀਡੈਂਟ ਨੇ ਤੇ ਉਹ ਜ਼ਿਆਦਾ ਅਸਰਦਾਰ ਨੇ। ਤੋ ਪਹਿਲੀ ਚੀਜ਼ ਤਾਂ ਸਪਸ਼ਟ ਕਰ ਦਈਏ ਕਿ ਇਹ ਬੈਰੀਜ਼ ਸਾਰੀਆਂ ਹੀ ਚੰਗੀਆਂ ਨੇ ਤੇ ਜੇ ਇਹਨਾਂ ਨੂੰ ਮਿਕਸ ਕਰਕੇ, ਯਾਨੀ ਜੇ ਆਪਾਂ ਫਰਜ਼ ਕਰੋ ਇੱਥੇ ਨਹੀਂ ਵੀ ਮਿਲਦੀਆਂ ਜਿਸ ਨੂੰ, ਤਾਂ ਉਹ ਅਨਾਰ, ਸਟ੍ਰਾਬੇਰੀ, ਚੈਰੀਜ਼, ਰਸ ਭਰੀਆਂ ਇਹ ਸਭ ਮਿਲਦੀਆਂ ਨੇ। ਬਲੈਕਬੈਰੀਜ਼ ਵੀ ਮਿਲ ਜਾਂਦੀਆਂ ਨੇ ਇੱਥੇ। ਸੋ ਜੇ ਬਲੂਬੈਰੀਜ਼ ਕਿਸੇ ਨੂੰ ਨਹੀਂ ਵੀ ਮਿਲਦੀਆਂ ਤਾਂ ਇਹਨਾਂ ਨਾਲ ਤੁਸੀਂ ਇਹਦੇ ਵਿੱਚ ਨਾਲ ਕਾਲੇ ਅੰਗੂਰ ਤੇ ਹਦਵਾਣਾ ਐਡ ਕਰਕੇ ਤੁਸੀਂ ਇਸ ਨੂੰ ਉਨਾ ਹੀ ਇਫੈਕਟਿਵ ਬਣਾ ਸਕਦੇ ਹੋ। ਸੋ ਜੇ ਕਿਸੇ ਨੂੰ ਕੋਈ ਸਰੀਰਕ ਕਮਜ਼ੋਰੀ ਵਰਗੀ ਚੀਜ਼ ਹੋਏ ਤਾਂ ਉਹਦੇ ਲਈ ਸੁਪਰ ਫੂਡ ਇਹ ਤਾਂ ਹੈ ਹੀ ਹੈ, ਪਰ ਜ਼ਿੰਦਗੀ ਲੰਬੀ ਕਰਨ ਦਾ ਮਤਲਬ ਸਮਝੋ ਕਿ ਇਸ ਤੋਂ ਤਗੜਾ ਕੋਈ ਐਂਟੀਆਕਸੀਡੈਂਟ ਹੈ ਹੀ ਨਹੀਂ ਕੁਦਰਤੀ ਤੌਰ ਤੇ। ਇਸੇ ਲਈ ਜੋ ਅਗਲੀ ਖੋਜ ਹੋਈ ਉਹ ਸੀ ਕੈਂਸਰ ਦੇ ਮਰੀਜ਼ਾਂ ਉੱਪਰ। ਜੀ ਵਾਹ ਕਮਾਲ। ਮੈਂ ਪੂਰੀ ਰਿਸਰਚ ਦੱਸਾਂਗੀ ਉਦੋਂ ਵੀ ਕਿਵੇਂ ਕੀਤੀ ਗਈ ਤੇ ਕਿਸ ਤਰੀਕੇ ਉਹਦੇ ਅਸਰ ਲੱਭੇ ਤੇ ਕਿਵੇਂ ਹੁਣ ਉਹ ਐਡਵਾਈਜ਼ ਕੀਤਾ ਜਾਣ ਲੱਗ ਗਿਆ ਕਿ ਉਹਨਾਂ ਨੂੰ ਜ਼ਰੂਰ ਲੈਣੀ ਚਾਹੀਦੀ ਹੈ। ਪਰ ਉਸ ਤੋਂ ਪਹਿਲਾਂ ਕਿਉਂਕਿ ਮੈਂ ਦੱਸਿਆ ਕਿ ਤਗੜੀ ਇਹਦਾ 'ਚ ਵਾਈਟਮਿਨਸ ਵੀ ਮਿਨਰਲਸ ਵੀ ਇੰਨੇ ਭਰੇ ਪਏ ਨੇ ਕਿ ਇਹ ਵੇਖਣ ਵਿੱਚ ਆਇਆ, ਟੈਸਟਿੰਗ ਕੀਤੀ ਗਈ ਬਕਾਇਦਾ 8 ਹਫ਼ਤੇ ਨੂੰ ਪਾਉਣ ਤੋਂ ਬਾਅਦ, ਕਿ ਇਹਨੂੰ ਰੈਗੂਲਰ ਲੈਂਦੇ ਰਹੋ ਤਾਂ ਕੋਲੈਸਟਰੋਲ ਵੀ ਘਟਦਾ ਜੇ ਸ਼ੱਕਰ ਰੋਗੀਆਂ ਲਈ। ਹਾਲਾਂਕਿ ਇਹਦੇ ਵਿੱਚ ਆਪਣੀ ਕੁਦਰਤੀ ਸ਼ੱਕਰ ਕਾਫੀ ਜੇ, ਪਰ ਫਿਰ ਵੀ ਉਹਦੇ ਬਾਵਜੂਦ ਸ਼ੱਕਰ ਰੋਗੀਆਂ ਦੇ ਲਈ ਫਾਇਦੇਮੰਦ ਦੱਸਿਆ ਕਿਉਂਕਿ ਇਹ ਦਿਲ ਦੇ ਰੋਗ ਹੋਣ ਤੋਂ ਵੀ ਰੋਕਦੀ ਜੇ, ਬਲੱਡ ਪ੍ਰੈਸ਼ਰ ਕਾਬੂ ਵਿੱਚ ਕਰਦੀ ਜੇ। ਸੋ ਤੁਸੀਂ ਸਮਝ ਹੀ ਸਕਦੇ ਹੋ ਕਿ ਅਸਲੀ ਫਾਇਦਾ ਜੇ ਕਿਸੇ ਨੇ ਲੈਣਾ ਹੋਏ ਤਾਂ ਹਾਰਟ ਦੇ ਜਿਹੜੇ ਬਲੱਡ ਪ੍ਰੈਸ਼ਰ ਦੇ ਜਾਂ ਹਾਰਟ ਦੇ ਜਾਂ ਸ਼ੱਕਰ ਰੋਗੀਆਂ ਨੂੰ ਇਹ ਬਹੁਤ ਤਗੜਾ ਅਸਰ ਤੇ ਵਧੀਆ ਅਸਰ ਵਿਖਾਉਂਦੀ ਹੈ। ਮੈਮ ਇੱਥੇ ਇੱਕ ਸਵਾਲ ਹੈ ਜੀ, ਉਹ ਇਹ ਹੈ ਕਿ ਤੁਸੀਂ ਦੱਸਿਆ ਕਿ ਮਰਦਾਨਾ ਕਮਜ਼ੋਰੀ ਨੂੰ ਦੂਰ ਕਰਦੀ ਹੈ। ਕੀ ਸਵਾਲ ਇੱਥੇ ਖੜਾ ਹੁੰਦਾ ਕਿ ਬੱਚੇ, ਬਜ਼ੁਰਗ, ਔਰਤਾਂ, ਕੀ ਉਹਨਾਂ ਲਈ ਵੀ ਇਹ ਲਾਹੇਵੰਦ ਹੈ? ਇਹਦਾ ਵੀ ਜਵਾਬ ਤੁਸੀਂ ਨਾਲ ਹੀ ਦੇ ਦਿਓ। ਜੀ ਬਿਲਕੁਲ। ਅਸਲ 'ਚ ਛੋਟੇ ਬੱਚਿਆਂ ਤੋਂ ਲੈ ਕੇ, ਕਿਉਂਕਿ ਇਹਦੇ ਵਿੱਚ ਇੰਨੇ ਕਮਾਲ ਦੇ ਅਸਰ ਨੇ ਕਿ ਇਹ ਦੇਖਿਆ ਗਿਆ ਜੇ ਤੁਸੀਂ ਬਜ਼ੁਰਗਾਂ ਤੇ ਬੱਚਿਆਂ ਨੂੰ, ਹੁਣ ਮੈਂ ਇਕੱਠਾ ਹੀ ਲੈਂਦੀ ਹਾਂ ਕਿਉਂਕਿ ਉਹ ਤੁਸੀਂ ਅਸਰ ਹੀ ਕਮਾਲ ਦਾ ਜੇ। ਖੋਜ ਜਿਹੜੀ ਕੀਤੀ ਗਈ ਸੀ ਉਹਦੇ ਵਿੱਚ 6 ਹਫ਼ਤੇ ਲਗਾਤਾਰ ਕੌਲੀ ਭਰ ਕੇ ਜਾਂ ਤਾਂ ਬਲੂਬੈਰੀਜ਼, ਕਿਉਂਕਿ ਛੋਟੇ ਬੱਚੇ ਖਾਂਦੇ ਨਹੀਂ ਸੀ, ਤਾਂ ਉਹਨਾਂ ਨੂੰ ਇਸੇ ਤਰ੍ਹਾਂ ਦਹੀਂ ਦੇ ਵਿੱਚ ਮਿਕਸ ਕਰਕੇ ਜਾਂ ਦਹੀਂ ਦੀ ਸਮੂਦੀ ਬਣਾ ਕੇ ਉਸ ਤਰੀਕੇ ਖਵਾਈ ਗਈ। ਤਾਂ ਦੇਖਣ ਵਿੱਚ ਆਇਆ ਕਿ ਪਹਿਲੇ 6 ਹਫ਼ਤਿਆਂ ਦੇ ਅੰਦਰ ਅੰਦਰ ਹੀ ਉਹਨਾਂ ਦੀ ਯਾਦਾਸ਼ਤ ਦਾ ਜੋ ਸੈਂਟਰ ਸੀ ਉਹ ਰਵਾਂ ਹੋਇਆ ਪਿਆ ਸੀ। ਇਸੇ ਤਰ੍ਹਾਂ ਬਜ਼ੁਰਗਾਂ ਵਿੱਚ ਉਹਨਾਂ ਦੇ ਯਾਨੀ ਜਿਹੜੇ ਅਸੀਂ ਕਹਿੰਦੇ ਹਾਂ ਕਿ ਭੁੱਲ ਜਾਣੀਆਂ ਚੀਜ਼ਾਂ ਜਾਂ ਇਸ ਤਰ੍ਹਾਂ ਦੇ ਹਾਲ ਵਿੱਚ ਹੋਣ, ਉਹਨਾਂ ਨੂੰ ਇਹ ਬਲੂਬੈਰੀਜ਼ ਕਮਾਲ ਦਾ ਅਸਰ। ਨੁਸਖੇ ਦੇਖੋ ਅਖੀਰ 'ਚ ਦੱਸਾਂਗੇ, ਫਿਰ ਨਹੀਂ ਸਾਨੂੰ ਕਹਿ ਦਿੰਦੇ ਨੇ ਕਿ ਪੂਰਾ ਪ੍ਰੋਗਰਾਮ ਸੁਣਿਆ ਨਹੀਂ, ਸਾਨੂੰ ਉਦਾਂ ਹੀ ਫੋਨ ਤੇ ਹੀ ਦੱਸ ਦਿਓ ਜੀ ਕਿੰਨੀਆਂ ਖਾਣੀਆਂ, ਸਾਨੂੰ ਇਹ ਬਿਮਾਰੀ ਹੈ। ਤੇ ਇਹ ਖਾਣ ਲਈ ਮੈਂ ਸਪਸ਼ਟ ਕਰ ਦਿਆਂ ਕਿ ਇਹ ਖੋਜ ਵੀ ਜਿਹੜੀ 6 ਹਫ਼ਤੇ ਬਾਅਦ ਤੇ ਅਸਰ ਦਿਖਿਆ ਹੀ ਸੀ, ਤੇ ਜੇ ਲਗਾਤਾਰ 2 ਸਾਲ ਖਾਧੀਆਂ ਜਾਣ ਤਾਂ ਹੀ ਇਹ ਤਗੜਾ ਅਸਰ ਵਿਖਾਉਂਦੀਆਂ ਨੇ। ਨਹੀਂ ਕਿ ਅੱਜ ਖਾ ਲਿਆ ਤੇ ਕੱਲ ਨੂੰ ਅਸੀਂ ਠੀਕ ਹੋ ਗਏ ਤਾਂ ਮਤਲਬ ਹੈ ਬਿਮਾਰੀ ਤਾਂ ਸੀ ਹੀ ਨਹੀਂ। ਕਿਉਂਕਿ ਇੱਕ ਜੇ ਤੁਸੀਂ ਛੋਟੀ ਆਮ ਕੌਲੀ ਜਿਹੜੀ ਹੈ ਉਹ ਬਲੂਬੈਰੀਜ਼ ਦੀ ਲਾਓਗੇ ਨਾ, 84 ਕੈਲਰੀਜ਼ ਉਸ 'ਚ ਹੁੰਦੀਆਂ ਨੇ, ਲਗਭਗ 21.5 ਗ੍ਰਾਮ ਉਸ 'ਚ ਕਾਰਬੋਹਾਈਡਰੇਟ ਹੁੰਦਾ ਜੇ, 3.6 ਗ੍ਰਾਮ ਫਾਈਬਰ ਹੁੰਦਾ ਜੇ, ਤੇ ਵਿਟਾਮਿਨ ਸੀ ਜੇ, ਫਿਰ ਵਿਟਾਮਿਨ ਕੇ ਹੈ, ਮੈਂਗਨੀਜ਼ ਹੈ, ਇਹ ਸਾਰੀਆਂ ਚੀਜ਼ਾਂ ਇਸ 'ਚ ਕਾਫੀ ਕੁਛ ਯਾਨੀ ਭਰਿਆ ਪਿਆ।
ਹੁਣ ਇਹਦੇ ਵਿੱਚ ਜੇ ਤੁਸੀਂ ਹੱਦੋਂ ਵੱਧ ਖਾਂਦੇ ਹੋ, ਯਾਨੀ ਕੌਲੀ ਤੋਂ ਉੱਪਰ ਜੇ ਤੁਸੀਂ ਸ਼ੌਕੀਆ ਖਾ ਰਹੇ ਹੋ, ਮੈਂ ਇੱਕ ਗੱਲ ਸਪਸ਼ਟ ਕਰ ਦਿਆਂ ਕਿ ਉਹਦੇ ਨਾਲ ਢਿੱਡ 'ਚ ਅਫਾਰਾ, ਕਿਉਂਕਿ ਤਗੜਾ ਫਾਈਬਰ ਜੇ ਅੰਤੜੀਆਂ 'ਚ ਰੋਕਾ ਤੱਕ, ਤੇ ਫਿਰ ਹਾਜ਼ਮਾ ਖਰਾਬ ਹੋਣਾ, ਫਿਰ ਤੁਹਾਨੂੰ ਖੱਟੇ ਡਕਾਰ ਆਣੇ, ਇਹ ਸਾਰਾ ਕੁਛ ਦੀ ਇਸ਼ੂ ਕਾਫੀ ਤਗੜਾ ਆਏਗਾ। ਸੋ ਇਹ ਨਹੀਂ ਕਿ ਪ੍ਰੋਗਰਾਮ 'ਚ ਫਾਇਦਾ ਦਿਖਿਆ ਤੇ ਆਪਾਂ ਚਲੋ ਸਿਲਾਈ ਰੱਖੋ, ਪਰ ਮੈਂ ਨੰਨਪ੍ਰੀਤ ਜੀ ਇੱਕ ਦੁਬਾਰਾ ਸਪਸ਼ਟ ਕਰ ਦਿਆਂ ਜੀ ਕਿ ਜਿਹੜੀਆਂ ਰੈਗੂਲਰ ਬਲੂਬੈਰੀਜ਼ ਮਿਲ ਰਹੀਆਂ ਨੇ ਉਹਨਾਂ ਦੇ ਇਹ ਅਸਰ ਨਹੀਂ ਹਨ। ਜਿਹੜੀ ਛੋਟੀ ਬੂਟੀ ਨਾਲ ਲੱਗਦੀਆਂ ਬਲੂਬੈਰੀਜ਼ ਨੇ ਜਾਂ ਜੰਗਲੀ ਲੱਗੀਆਂ ਬਲੂਬੈਰੀਜ਼, ਉਹ ਜ਼ਿਆਦਾ ਅਸਰਦਾਰ ਨੇ। ਦਵਾਈਆਂ ਜਿੰਨੀਆਂ ਵੀ ਬਣ ਰਹੀਆਂ ਨੇ ਇਹ ਉਹਨਾਂ ਜੰਗਲੀ ਤੋਂ, ਜਾਂ ਉਹ ਛੋਟੀਆਂ ਨੇ ਜਿਹੜੀਆਂ ਹਾਈ ਬੁਸ਼ ਵਾਲੀਆਂ ਨਹੀਂ, ਲੋ ਬੁਸ਼ ਵਾਲੀਆਂ ਜਿਹੜੀਆਂ ਲੱਗਦੀਆਂ ਨੇ, ਉਹਨਾਂ ਦੇ ਹੀ ਇਹ ਲੈਬੋਰੇਟਰੀ ਟੈਸਟ ਕਰਕੇ ਦੱਸਿਆ ਗਿਆ ਕਿ ਬਾਕੀਆਂ ਨਾਲੋਂ ਵੱਧ ਅਸਰਦਾਰ। ਅਸੀਂ ਫੋਟੋ ਦਿਖਾ ਦਾਂਗੇ ਜੀ ਇੱਥੇ ਪ੍ਰੋਗਰਾਮ ਦੇ ਵਿੱਚ ਜ਼ਰੂਰ, ਕਿਉਂਕਿ ਜੀ। ਉਹ ਜੰਗਲੀ ਵਾਲੀਆਂ ਜਿਹੜੀਆਂ ਆਮ ਸਾਰੇ ਮੈਂ ਆਪ ਦੇਖ ਕੇ ਆਈਆਂ ਜਿਹੜੇ ਬਾਗ ਲੱਗੇ ਨੇ, ਉਹ ਜਿਹੜੀਆਂ ਹਾਈ ਬੁਸ਼ਸ ਲੱਗੀਆਂ ਨੇ ਉਹਨਾਂ ਦੇ ਉੱਤੇ ਇਹ ਖੋਜ ਕਰਕੇ ਦੱਸ ਦਿੱਤਾ ਗਿਆ ਕਿ ਉਹਦੇ ਵਿੱਚ ਘੱਟ ਅੰਸ਼ ਨੇ, ਘੱਟ ਅਸਰਦਾਰ ਹੈ ਜੀ। ਹੁਣ ਤੱਕ। ਕਿਉਂਕਿ ਜਿਹੜੇ ਇਹਨਾਂ ਦੇ ਖਾਸ ਤੌਰ ਤੇ ਜਿਵੇਂ ਮੈਂ ਦੱਸਿਆ ਕਿ ਲੰਬੀ ਉਮਰ ਕਿਉਂ ਹੁੰਦੀ ਜੇ ਇਹਨੂੰ ਖਾਣ ਨਾਲ, ਜਿਹੜੇ ਇਹਨਾਂ ਦੇ ਐਂਟੀਆਕਸੀਡੈਂਟ ਕਿਉਂਕਿ ਬਾਕੀ ਸਾਰੇ ਫਲਾਂ ਸਬਜ਼ੀਆਂ ਤੋਂ ਵੱਧ ਨੇ, ਇਹ ਸੈੱਲਾਂ ਦੀ ਟੁੱਟ-ਫੁੱਟ ਰੋਕ ਦਿੰਦੇ ਨੇ। ਯਾਨੀ ਜਿਹੜੀ ਅਸੀਂ ਨਾਰਮਲ ਏਜਿੰਗ ਜਿਹਨੂੰ ਅਸੀਂ ਗਿਣਦੇ ਹਾਂ, ਸ਼ਾਇਦ ਕਿਸੇ ਨੇ ਜੇ ਖਬਰ ਵੀ ਪੜ੍ਹੀ ਹੋਏ 2-3 ਦਿਨ ਪਹਿਲਾਂ ਹੀ, ਇੱਕ ਇੰਟਰਨੈਸ਼ਨਲ ਨਿਊਜ਼ ਸੀ ਕਿ ਹੁਣ ਅਸੀਂ ਬੁਢੇਪੇ ਦਾ ਇਲਾਜ ਲੱਭ ਲਿਆ ਤੇ ਹੁਣ ਜ਼ਿਆਦਾ ਦੇਰ ਤੱਕ ਜਵਾਨ ਰਹਿ ਸਕਾਂਗੇ, ਉਹਦੀ ਸਾਨੂੰ ਦਵਾਈ ਲੱਭ ਗਈ ਹੈ। ਯਾਨੀ ਉਹ ਚੀਜ਼ ਜੋ ਲੱਭੀ ਜੇ, ਮੈਂ ਤੁਹਾਨੂੰ ਬੜੀ, ਆਪਾਂ ਮੇਰਾ ਖਿਆਲ ਸਭ ਤੋਂ ਪਹਿਲੇ ਹੋਵਾਂਗੇ ਪ੍ਰੋਗਰਾਮ ਕਰਨ ਵਾਲੇ ਦੱਸਣ ਵਾਲੇ ਕਿ ਉਹ ਇਸੇ ਦੇ ਹੀ ਪੋਲੀਫਿਨੋਲ ਐਂਟੀਆਕਸੀਡੈਂਟ ਨੇ ਬਲੂਬੈਰੀਜ਼ ਦੇ ਵਿੱਚੋਂ ਹੀ ਆਈਸੋਲੇਟ ਹੋਏ ਹੋਏ, ਜਿਹੜੇ ਇਹ ਉਮਰ ਲੰਮੀ ਦਾ ਰਾਜ਼, ਤੁਹਾਨੂੰ ਖੂਬਸੂਰਤੀ, ਤੁਹਾਨੂੰ ਦੇਰ ਤੱਕ ਜਵਾਨ ਰੱਖਣ ਵਿੱਚ, ਕਿਉਂਕਿ ਬੁਢੇਪਾ ਛੇਤੀ ਆਉਂਦਾ ਨਹੀਂ, ਨਾ ਦਿਲ ਦੇ ਰੋਗ ਹੋਣੇ ਨੇ, ਨਾ ਕੈਂਸਰ ਹੋਣਾ, ਤੇ ਸਮਝ ਹੀ ਸਕਦੇ ਹੋ ਕਿ ਬਿਮਾਰੀ ਹੋਣੀ ਨਹੀਂ। ਤੇ ਇਹਦੇ ਵਿੱਚ ਪਰ ਨਾਲ ਨੁਕਤਾ ਪਤਾ ਜੇ ਕੀ ਦੱਸਿਆ ਗਿਆ ਜੀ, ਵੀ ਇਹਨਾਂ ਦੇ ਜਿਹੜਾ ਸੈੱਲਾਂ ਦੇ ਅੰਦਰਲਾ DNA ਤੱਕ, ਜੋ ਕਿ ਮਤਲਬ ਖੋਜ ਦੇ ਆਧਾਰ ਤੇ, ਕਿਉਂਕਿ ਸਾਡਾ ਪ੍ਰੋਗਰਾਮ ਹੈ, ਉਹਦੇ ਵਿੱਚ ਅਸਰ ਇਹ ਅਸਲ ਪਾ ਦਿੰਦੇ ਨੇ, ਜਿਸ ਸਦਕਾ ਟੁੱਟ-ਫੁੱਟ ਵੀ ਘੱਟ ਹੁੰਦੀ ਜੇ ਤੇ ਸੈੱਲ ਦੀ ਡੈਥ ਵੀ ਨਹੀਂ ਓਨੀ ਹੁੰਦੀ। ਸੋ ਇਸੇ ਤਰ੍ਹਾਂ ਦਿਮਾਗ ਦੇ ਸੈੱਲ ਵੀ ਉਹਨਾਂ ਨੂੰ ਰਵਾਂ ਕਰ ਦਿੰਦੀ ਜੇ। ਸੋ ਉਹ ਜਿਹੜਾ ਆਪਾਂ ਲੱਛਣ ਕਹਿ ਦਿੰਦੇ ਆ ਜੀ ਹੁਣ ਇਹ ਸਤਰਿਆ ਬਤਰਿਆ ਹੋ ਗਿਆ, ਉਹ ਵੀ ਨਹੀਂ ਹੁੰਦੇ। ਹੁਣ ਇਹਦੇ ਵਿੱਚ ਕੀਤਾ ਕੀ ਸੀ, ਖੋਜ ਕਿਵੇਂ ਹੋਈ ਹੈ? 5 ਸਾਲ ਤੱਕ ਲਗਾਤਾਰ ਡੋਜ਼, ਮੈਂ ਜ਼ਰੂਰ ਜ਼ਰਾ ਕੁ ਧਿਆਨ ਰੱਖਿਓ, ਜੇ ਕੋਈ ਘਰ ਵੀ ਇਸ ਤਰ੍ਹਾਂ ਕਰਨਾ ਚਾਹੇ ਤਾਂ ਉਹ ਲੈ ਸਕਦਾ। ਫਿਰ ਦੁਹਰਾ ਦਿਆਂ, ਜੰਗਲੀ ਸਟ੍ਰਾਬੇਰੀ ਜਾਂ ਛੋਟੇ ਬੂਟੇ ਨੂੰ ਲੱਗੀ ਸਟ੍ਰਾਬੇਰੀ, 5 ਸਾਲ ਤੱਕ ਇਹ ਲਗਾਤਾਰ 1 ਲੀਟਰ ਸੀ ਉਹਨਾਂ ਨੇ ਇਹੀ ਬਲੂਬੈਰੀ ਤੇ ਨਾਲ ਸੇਬ ਦਾ ਤਾਜ਼ਾ, ਦੋਨੋਂ ਤਾਜ਼ੇ ਜੂਸ ਰਲਾ ਕੇ ਇੱਕੋ ਜਿੰਨੀ ਮਾਤਰਾ ਵਿੱਚ 1 ਲੀਟਰ ਰੋਜ਼ ਦਾ, ਯਾਨੀ ਤੁਸੀਂ ਜਿਵੇਂ ਦਿਨ ਵਿੱਚ 3 ਵਾਰ ਇਹ ਗਿਲਾਸ ਪਿਆਇਆ ਗਿਆ ਸੀ ਉਹਨਾਂ ਨੂੰ, ਕਿ ਕਿਉਂਕਿ 1 ਲੀਟਰ ਇਕੱਠਾ ਕਈ ਵਾਰ ਨਹੀਂ ਵੀ ਪੀਤਾ ਜਾਂਦਾ। ਉਸ ਤੋਂ ਬਾਅਦ ਟੈਸਟ ਕੀਤੇ ਗਏ ਸਨ ਇਹਨਾਂ ਦੇ ਰੈਗੂਲਰ 5 ਸਾਲ ਪਹਿਲਾਂ ਵੀ ਤੇ 5 ਸਾਲ ਪੂਰੇ ਹੋਣ ਤੇ ਇਹ ਦੇਖਿਆ ਗਿਆ ਕਿ ਉਹ ਜਿਹੜੇ ਆਕਸੀਡੇਟਿਵ ਡੈਮੇजेस ਹੁੰਦੇ ਨੇ, ਜਿਹੜੇ ਅਸਲ ਸਾਨੂੰ ਬੁਢੇਪੇ ਵੱਲ ਨੂੰ ਤੋਰਦੇ ਨੇ, ਉਹ ਇਹ ਸਾਰੀ ਚੀਜ਼ ਨੂੰ ਰੋਕ ਦਿੰਦੇ ਸੀ, ਉਹ ਡੈਮੇਜ ਨਹੀਂ ਸੀ ਹੋਣ ਦੇ ਰਹੀ। ਸੋ ਇਹ ਤੁਸੀਂ ਸਮਝ ਸਕਦੇ ਹੋ ਕਿੰਨੀ ਕਮਾਲ ਦੀ ਚੀਜ਼ ਵਾਪਰੀ। ਹੁਣ ਇਹੀ ਚੀਜ਼ ਫਿਰ ਛੋਟੇ ਬੱਚਿਆਂ ਤੇ ਬਜ਼ੁਰਗਾਂ ਤੇ ਟਰਾਈ ਕੀਤੀ ਗਈ ਕਿ 1 ਲੀਟਰ ਤਾਂ ਨਹੀਂ ਉਹਨਾਂ ਨੇ ਪੀ ਸਕਣਾ। ਸੋ ਉਹਨਾਂ ਨੇ 1 ਕੌਲੀ ਤਾਜ਼ੀਆਂ ਜੰਗਲੀ ਸਟ੍ਰਾਬੇਰੀਜ਼ ਲਿਆ ਕੇ ਉਹ ਖਵਾਈਆਂ ਗਈਆਂ ਇਸੇ ਤਰ੍ਹਾਂ 5 ਸਾਲ, ਤਾਂ ਉਹਨਾਂ ਵਿੱਚ ਵੀ ਉਹਨਾਂ ਦੇ ਦੇਖਿਆ ਕਿ ਸੈੱਲ ਦੀ ਇਸੇ ਤਰ੍ਹਾਂ ਡੈਮੇਜ ਬਹੁਤ ਘੱਟ ਗਏ ਸਨ। ਯਾਨੀ ਇਹ ਖੋਜ ਵਿੱਚ ਬੜੀ ਤਗੜੀ ਤਰੀਕੇ ਸਾਹਮਣੇ ਆ ਰਹੀ ਜੇ। ਤੇ ਮੇਰਾ ਖਿਆਲ ਹੈ ਸਾਡੀ ਸਮੁੱਚੀ ਟੀਮ ਦਾ, ਪ੍ਰਾਈਮ ਏਸ਼ੀਆ ਦਾ ਇੱਕੋ ਹੀ ਮਕਸਦ ਹੈ ਕਿ ਕਿਸੇ ਨੂੰ ਕੋਈ ਏਡੀਆਂ ਮਹਿੰਗੀਆਂ ਕਿ ਉਹ ਤੁਸੀਂ $80 ਦਾ ਰੋਜ਼ ਦਾ ਕੈਪਸੂਲ ਖਾਓ, ਨਾਲੋਂ ਜੇ ਤੁਸੀਂ ਇਹ ਚੀਜ਼ ਰੈਗੂਲਰ ਰੱਖ ਸਕਦੇ ਹੋ ਤਾਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚੋਗੇ, ਲੰਬੀ ਉਮਰ ਭੋਗੋਗੇ। ਤੇ ਮੈਨੂੰ ਲੱਗਦਾ ਸਾਨੂੰ ਦੁਆਵਾਂ ਵੀ ਦਿਓਗੇ ਕਿ ਤੁਸੀਂ ਇਹੋ ਜਿਹਾ ਪ੍ਰੋਗਰਾਮ ਜਾਰੀ ਰੱਖੋ।
ਮੈਮ ਬਿਲਕੁਲ ਠੀਕ ਹੈ, ਜਿਹੜੀ ਤੁਸੀਂ ਇਹਦੇ ਫਾਇਦੇ ਸਾਨੂੰ ਹਾਂ ਗਿਣਾਏ ਨੇ, ਤੇ ਨਾਲ ਦੀ ਨਾਲ ਹੁਣ ਤੁਸੀਂ ਸਾਨੂੰ ਦੱਸਿਓ ਕਿ ਮੰਨ ਲਓ ਜਿਸ ਤਰ੍ਹਾਂ ਇਹ ਬਲੂਬੈਰੀ ਹੈ, ਉਹ ਕੈਨੇਡਾ ਜਾਂ ਫਿਰ ਜਿਹੜੇ ਠੰਡੇ ਇਲਾਕੇ ਦੇ ਲੋਕ ਨੇ ਉਹ ਤਾਂ ਇਹਨੂੰ ਖਾ ਸਕਦੇ ਨੇ। ਇਹਨੂੰ ਖਾਣ ਦੀ ਵਿਧੀ ਵੀ ਤੁਸੀਂ ਥੋੜ੍ਹਾ ਜਿਹਾ ਦੱਸਿਆ ਸੀ, ਮੈਂ ਚਾਹੁੰਦਾ ਕਿ ਉਸ ਨੂੰ ਹੋਰ ਵਧੀਆ ਤਰੀਕੇ ਦੇ ਨਾਲ ਤੁਸੀਂ ਸਮਝਾਓ ਕਿ ਉਹ ਕਿਸ ਤਰੀਕੇ ਦੇ ਨਾਲ ਇਹਨੂੰ ਖਾ ਸਕਦੇ ਨੇ, ਤੇ ਜੇ ਇਹਨੂੰ ਬਹੁਤਾ ਖਾ ਲਈਏ ਤੇ ਤੁਸੀਂ ਉਸ ਦਾ ਨੁਕਸਾਨ ਵੀ ਸਾਨੂੰ ਦੱਸੇ ਨੇ, ਤੇ ਇਸ ਨੂੰ ਕਿਸ ਤਰੀਕੇ ਨਾਲ ਤੁਸੀਂ ਹੁਣ ਸਮਝਾਉਣਾ ਚਾਹੋਗੇ ਕਿ ਬੈਲੈਂਸ ਕਿਵੇਂ ਕਰ ਸਕਦੇ ਹਾਂ। ਦੇਖੋ, ਜਿਹੜਾ ਬਲੱਡ ਪ੍ਰੈਸ਼ਰ ਕਾਬੂ ਰੱਖਣ ਲਈ ਉਹਦੇ ਚ ਨਾਲੋਂ ਨਾਲ ਲਈ ਗਈ ਸੀ, ਉਹਦੇ ਵਿੱਚ ਇਹਨਾਂ ਨੂੰ ਇੱਕ ਕੌਲੀ ਛੋਟੀ 8 ਹਫ਼ਤੇ ਰੋਜ਼ ਬਲੂਬੈਰੀਜ਼ ਖਵਾਈਆਂ ਗਈਆਂ ਸੀ। ਉਸ ਤੋਂ ਪਹਿਲਾਂ ਵੀ ਤੇ ਬਾਅਦ ਵਿੱਚ ਚੈੱਕ ਕਰਨ ਬਾਅਦ ਕਲੀਅਰ ਪਤਾ ਲੱਗਿਆ ਕਿ ਬਲੱਡ ਪ੍ਰੈਸ਼ਰ ਕਾਬੂ ਵਿੱਚ ਹੋ ਗਿਆ ਸੀ। ਤਾਂ ਜੀ ਤੁਸੀਂ ਸਮਝ ਸਕਦੇ ਹੋ, ਉਹਦੇ ਨਾਲੋਂ ਨਾਲ ਕੋਲੈਸਟਰੋਲ ਵੀ ਉਹਦੇ ਵਿੱਚ ਲਗਭਗ 75 ਗ੍ਰਾਮ ਸਨ ਰੋਜ਼ ਦੀਆਂ ਇਹਨਾਂ ਨੂੰ ਖਵਾਈਆਂ ਗਈਆਂ, ਜਿਹੜੀਆਂ ਉਹਦੇ ਵਿੱਚ 8 ਹਫ਼ਤੇ ਹੀ ਉਦੋਂ ਉਹਨਾਂ ਨੂੰ ਖਵਾਈਆਂ ਗਈਆਂ ਸੀ। ਉਸ ਤੋਂ ਬਾਅਦ ਟੈਸਟ ਕਰਨ ਬਾਅਦ ਪਤਾ ਲੱਗਿਆ ਕਿ ਮਾੜਾ ਕੋਲੈਸਟਰੋਲ ਘਟ ਗਿਆ ਸੀ ਤੇ ਚੰਗਾ ਕੋਲੈਸਟਰੋਲ ਵੱਧ ਗਿਆ ਸੀ। ਸੋ ਇਹ ਵੀ ਖੋਜ ਰਾਹੀਂ ਸਾਬਤ ਹੋ ਗਿਆ ਕਿ ਦਿਲ ਦੇ ਰੋਗ ਇਸੇ ਨਾਲ ਘੱਟ ਹੁੰਦੇ ਨੇ, ਤਾਂ ਹੀ ਇਹ ਉਮਰ ਲੰਬੀ ਕਰ ਸਕਦਾ ਜੀ। ਹੁਣ ਇੱਕ ਇੰਟਰਸਟਿੰਗ ਚੀਜ਼ ਹੈ, ਜਿਹੜੀਆਂ ਔਰਤਾਂ ਦੀ ਮਾਹਵਾਰੀ ਬੰਦ ਹੋ ਚੁੱਕੀ ਹੋਏ, ਉਹਨਾਂ ਨੂੰ ਕਾਫੀ ਸਾਰੇ ਲੱਛਣ ਹੋ ਜਾਂਦੇ ਨੇ। ਸੋ ਉਹਨਾਂ ਵਿੱਚ ਤਾਂ ਇਹ ਸਮਝੋ ਕਿ ਕੈਂਸਰ ਤੇ ਬਲੱਡ ਪ੍ਰੈਸ਼ਰ ਦੋਨੋਂ ਚੀਜ਼ਾਂ ਦੇ ਹੋਣ ਦਾ ਖਤਰਾ 6% ਘੱਟ ਹੋਇਆ ਲੱਭਿਆ। 6% ਜਿਹੜੀਆਂ ਰੈਗੂਲਰ ਬਲੂਬੈਰੀਜ਼ ਖਾ ਰਹੀਆਂ ਸਨ, ਪਰ ਸਾਰੀਆਂ ਦੀਆਂ ਸਾਰੀਆਂ ਉਹ ਸਨ ਜਿਹੜੀਆਂ ਜੰਗਲੀ ਬਲੂਬੈਰੀਜ਼ ਸੀ। ਸੋ ਇਹਦੇ ਵਿੱਚ ਲਗਭਗ 95,000 ਨਰਸਾਂ ਸੀ ਜਿਨ੍ਹਾਂ ਨੇ ਆਪ ਅੱਗੇ ਆ ਕੇ ਕਿਹਾ ਜੀ ਟੈਸਟ ਸਾਨੂੰ ਸਾਡੇ ਤੇ ਕਰੋ, ਅਸੀਂ ਆਪਣੇ ਇਹ ਲੋਕਾਂ ਲਈ ਜੇ ਵਾਕਈ ਵਧੀਆ ਨੇ ਤਾਂ ਅਸੀਂ ਆਪ ਇਸ ਟੈਸਟ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਾਂ। ਤਾਂ ਸਿਜਦਾ ਕਰਦੇ ਆ ਉਹਨਾਂ ਨੂੰ ਜਿਨ੍ਹਾਂ ਨੇ ਟੈਸਟ ਆਪਣੇ ਆਪ ਨੂੰ ਪੇਸ਼ ਕੀਤਾ ਟੈਸਟ ਲਈ। ਸੋ ਉਹਨਾਂ ਸਾਰੀਆਂ ਨੂੰ 50 ਗ੍ਰਾਮ 2 ਸਾਲ ਤੱਕ ਇਹ ਬਲੂਬੈਰੀਜ਼ ਖਾਣ ਨੂੰ ਦਿੱਤੀਆਂ ਗਈਆਂ। ਸੰਪੂਰਨ ਟੈਸਟ ਹੋਏ, ਤੁਸੀਂ ਇਹ ਦੇਖ ਲਓ ਕਿ 32% ਹਾਰਟ ਅਟੈਕ ਹੋਣ ਦਾ ਖਤਰਾ ਘਟਿਆ। ਆਕਸੀਡੇਟਿਵ ਡੈਮੇਜ ਇਹਨਾਂ ਸਾਰਿਆਂ ਦਾ 70 ਤੋਂ 80% ਘਟ ਚੁੱਕਿਆ ਸੀ। ਸਾਰੀਆਂ ਜਿਹੜੀਆਂ ਖਾ ਰਹੀਆਂ ਸੀ ਤੇ ਜਿਹੜੀਆਂ ਨਹੀਂ ਖਾ ਰਹੀਆਂ ਸੀ ਦੇ ਵਿੱਚ ਜਦੋਂ ਕੰਪੈਰੀਜ਼ਨ ਕੀਤਾ ਗਿਆ, ਉਹਨਾਂ ਦੇ ਚਿਹਰੇ ਦੀ ਰੌਣਕ, ਉਹਨਾਂ ਦੀਆਂ ਝੁਰੜੀਆਂ ਵਗੈਰਾ, ਯਾਨੀ ਇਹ ਝੁਰੜੀਆਂ ਬਿਲਕੁਲ ਨਹੀਂ ਸਨ ਇਸ ਗਰੁੱਪ ਵਿੱਚ, ਚਿਹਰੇ ਦੀ ਰੌਣਕ ਬਰਕਰਾਰ ਸੀ ਤੇ ਸਾਰੇ ਦੇ ਸਾਰੇ ਟੈਸਟ ਇਹਨਾਂ ਦੇ ਨਾਰਮਲ ਲੱਭੇ ਗਏ। ਤਾਂ ਤੁਸੀਂ ਸਮਝ ਸਕਦੇ ਹੋ ਕਿੰਨੀ ਕਮਾਲ ਦੀ ਇਹ ਚੀਜ਼ ਲੱਭੀ। ਇਹਨਾਂ ਦੇ ਨਾਲ ਇੱਕ ਖਾਸ ਚੀਜ਼ ਦੱਸਦੇ ਹਾਂ, ਇਹ ਮੰਜੇ ਤੇ ਬਹਿ ਕੇ ਬਲੂਬੈਰੀਜ਼ ਖਾਣ ਨੂੰ ਨਹੀਂ ਸੀ ਦਿੱਤੀਆਂ ਗਈਆਂ। ਹਰ ਇੱਕ ਨੂੰ ਰੋਜ਼ 40 ਮਿੰਟ ਕਸਰਤ ਕਰਵਾਈ ਸੀ ਤੇ ਸੰਤੁਲਿਤ ਖੁਰਾਕ ਸੀ, ਜਿਸ ਚ ਖੰਡ, ਸ਼ੱਕਰ, ਗੁੜ, ਸ਼ਹਿਦ ਮੰਨਫੀ ਸੀ ਕਿ ਤੁਸੀਂ ਮਿੱਠਾ ਨਹੀਂ ਲੈਣਾ, ਲੂਣ ਬਹੁਤ ਘੱਟ ਸੀ। ਮੇਰੇ ਵਰਗੇ ਨੇ ਸੋਚ ਲਿਆ ਸੀ ਵੀ ਅਗਲੇ ਵਾਰੀ ਮੈਂ ਵੀ ਪੇਸ਼ ਕਰੂੰਗਾ ਆਪਣੇ ਆਪ ਨੂੰ ਸੈਂਪਲ ਦੇ ਤੌਰ ਤੇ, ਵੀ ਸ਼ਾਇਦ ਖਾਣ ਨੂੰ ਮਿਲ ਜਾਂਦਾ ਤਾਂ। ਜ਼ਰੂਰ। ਇੱਕ ਖਿਆਲ ਰੱਖ ਲਿਓ ਵੀ 40 ਮਿੰਟ ਦੌੜਨਾ ਵੀ ਪੈਣਾ ਜੇ, ਨਹੀਂ ਕਿ ਤੁਸੀਂ ਕੌਲੀ ਭਰ ਕੇ ਬਹਿ ਕੇ ਖਾ ਲੀਆਂ ਤੇ ਠੀਕ ਹੋ ਗਈਆਂ। ਸੋ ਤੰਦਰੁਸਤੀ ਤਾਂ ਸਰੀਰ ਨੂੰ ਤੁਰਨ ਨਾਲ ਮਿਲਣੀ ਜੇ, ਪਰ ਯਾਦਾਸ਼ਤ ਦੇ ਸੈਂਟਰ ਤੇ ਤਾਂ ਬਾ ਕਮਾਲ ਸੱਚਮੁੱਚ ਜਿਹੜੀਆਂ ਖੋਜ ਮੈਂ ਪੂਰੀ ਹੁਣ ਇਸ ਵੇਲੇ ਨਹੀਂ ਪੂਰੀ ਡਿਟੇਲ ਦੱਸ ਸਕਦੀ ਕਿਵੇਂ ਉਹਨਾਂ ਨੇ ਉਹਦੀਆਂ ਤਰੰਗਾਂ ਨਰਵ ਸੈਲਸ ਦੀਆਂ ਤੇ ਸਭ ਕੁਝ ਜੋ ਟੈਸਟ ਕੀਤੇ, ਇੰਨਾ ਕਮਾਲ ਦਾ ਅਸਰ ਸੀ ਕਿ ਇਸ ਤੋਂ ਵੱਧ ਉਹਨਾਂ ਨੇ ਕਿਉਂ ਸੁਪਰ ਫੂਡ ਦਾ ਨਾਂ ਦਿੱਤਾ ਕਿ ਇਸ ਤੋਂ ਵੱਧ ਤਗੜਾ ਕੁਦਰਤੀ ਢੰਗ ਨਾਲ ਯਾਦਾਸ਼ਤ ਤਰੋ ਤਾਜ਼ਾ ਰੱਖਣ ਲਈ ਇਸ ਤੋਂ ਤਗੜੀ ਚੀਜ਼ ਕੋਈ ਰੱਬ ਨੇ ਬਣਾ ਕੇ ਅਜੇ ਤੱਕ ਨਹੀਂ ਦਿੱਤੀ, ਜਾਂ ਸਾਨੂੰ ਲੱਭੀ ਸਾਡੇ ਤੋਂ ਗਈ ਨਹੀਂ। ਜਿਸ ਤੇ ਖੋਜਾਂ ਹੋਈਆਂ ਨੇ ਉਹਨਾਂ ਵਿੱਚੋਂ ਹੁਣ ਤੱਕ ਵਿੱਚ ਇਹ ਨੰਬਰ 1 ਸਾਬਤ ਹੋ ਰਹੀ ਹੈ ਜੀ। ਕਿਉਂਕਿ ਦੇਖੋ ਉਹਨਾਂ ਨੇ ਕੀਤਾ 65 ਤੋਂ 85 ਸਾਲ ਦੀ ਉਮਰ ਦੇ ਉੱਤੇ ਜਿਹੜੀ ਇਹ ਖੋਜ ਕੀਤੀ ਗਈ ਸੀ, ਜਿਨ੍ਹਾਂ ਨੂੰ 12 ਹਫ਼ਤੇ ਤਾਜ਼ਾ ਬਲੂਬੈਰੀ ਤੇ ਸੇਬ, ਹਰੇ ਸੇਬ, ਮੈਂ ਕਲੀਅਰ ਕਰਦੇ, ਹਰਾ ਸੇਬ ਤੇ ਬਲੂਬੈਰੀਜ਼, ਇਹਨਾਂ ਦੇ ਰੋਜ਼ 12 ਹਫ਼ਤੇ ਇੱਕ ਇਸੇ ਤਰ੍ਹਾਂ ਜਿਹੜੇ ਲੀਟਰ ਦਿਨ 'ਚ 3 ਵਾਰ ਤੱਕ ਡਿਵਾਈਡ ਕਰਕੇ 65 ਤੋਂ 85 ਸਾਲ ਦੇ ਹਨ। ਤੁਸੀਂ ਇਹ ਵੇਖ ਲਓ ਕਿ ਪਿਆਣ ਤੋਂ ਬਾਅਦ ਉਹਨਾਂ ਦੀ ਯਾਦਾਸ਼ਤ ਤੇ ਬੌਧਿਕ ਵਿਕਾਸ ਵਿੱਚ ਦੂਜਿਆਂ ਨਾਲੋਂ ਦੁੱਗਣਾ ਫਾਇਦਾ ਹੋਇਆ ਲੱਭਿਆ। ਇੰਨਾ ਤਗੜਾ ਯਾਨੀ ਇਹ ਅਸਰ ਇਹਨਾਂ ਦਾ ਸੀ। ਹੁਣ ਇਸ ਵਿੱਚ 16,000, ਮੈਂ ਇੱਕ ਹੋਰ ਤੁਹਾਨੂੰ ਖੋਜ ਸਾਬਤ ਜੋ ਕੀਤੀ, 16,000 ਸਨ ਜਿਹੜੇ 60 ਸਾਲਾਂ ਤੋਂ ਉੱਪਰ ਦੀ ਉਮਰ ਦੇ, ਜਿਨ੍ਹਾਂ ਨੂੰ ਉਹਨਾਂ ਨੇ ਰੋਜ਼ ਇੱਕ ਕੌਲੀ ਸਟ੍ਰਾਬੇਰੀ ਤੇ ਇੱਕ ਕੌਲੀ ਬਲੂ, ਯਾਨੀ ਇਹ ਕੌਲੀਆਂ 'ਚ ਖਵਾਇਆ ਗਿਆ। 6 ਸਾਲ ਇਹਨਾਂ ਨੂੰ ਰੈਗੂਲਰ ਖਵਾਇਆ ਗਿਆ ਤਾਂ ਦੇਖਿਆ ਗਿਆ ਕਿ ਜਿਹੜਾ ਨਾਰਮਲ ਵੀ ਦਿਮਾਗ ਦਾ ਸੁੰਗੜਨਾ ਹੁੰਦਾ ਜੇ,
ਉਹ ਸੁੰਗੜਨਾ ਘੱਟ ਹੋਇਆ ਤੇ ਉਹ ਉਹਨਾਂ ਦੇ ਬਾਕੀਆਂ ਨਾਲੋਂ 2.5 ਸਾਲ ਬਾਅਦ ਤੱਕ ਵੀ ਇਹਨਾਂ ਦੇ ਜਿਹੜੇ ਖਾ ਕੇ ਹਟੇ ਸਨ, ਇਹਨਾਂ ਦੀ ਦਿਮਾਗ ਦੀ ਚੁਸਤੀ ਜ਼ਿਆਦਾ ਲੱਭੀ। ਤੁਸੀਂ ਅੰਦਾਜ਼ਾ ਲਾ ਲਓ ਕਿ ਸਾਡੇ ਕੋਲ ਇੰਨੀਆਂ ਤਗੜੀਆਂ ਕੋਈ ਦਵਾਈਆਂ ਅਜੇ ਤੱਕ ਬਣੀਆਂ ਨਹੀਂ ਜਿਹੜਾ ਅਸੀਂ ਇਹ ਕਰ ਸਕੀਏ। ਤੋ ਜੀ ਇਹ ਸਿਰਫ ਇਹ ਸਟ੍ਰਾਬੇਰੀ ਤੇ ਬਲੂਬੇਰੀ ਤੋਂ ਅਸੀਂ ਨਾਲ ਖੁਸ਼ ਹਾਂ ਕਿ ਸਾਡੇ ਕੋਲ ਘੱਟੋ ਘੱਟ ਸਟ੍ਰਾਬੇਰੀ ਤਾਂ ਹੈ, ਜੇ ਬਲੂਬੇਰੀ ਜੀ ਨਹੀਂ ਹੈ ਤਾਂ ਉਹ ਤਾਂ ਲੈ ਹੀ ਸਕਦੇ। ਬਿਲਕੁਲ ਖੈਰ, ਠੀਕ ਹੈ ਮੈਮ। ਇਨਸੂਲਿਨ ਇੱਕ ਬੜੀ ਕਮਾਲ ਦੀ, ਸਿਰਫ ਇੱਕੋ ਸੈਕਿੰਡ ਹੋਰ, ਜੀ ਕੁਦਰਤੀ ਤੌਰ ਤੇ ਇਨਸੂਲਿਨ ਦਾ ਅਸਰ ਵਧਾ ਦੇਣਾ ਉਹ ਵੀ ਬਾ ਕਮਾਲ ਇਸੇ 'ਚ ਹੀ ਦੇਖਿਆ ਗਿਆ ਹੈ। ਤੋ ਤਾਂ ਹੀ ਜਿਹੜੇ ਮੋਟਾਪੇ ਦੇ ਸ਼ਿਕਾਰ ਵੀ ਨੇ ਮਰੀਜ਼, ਉਹਨਾਂ ਨੂੰ ਵੀ ਇਸ ਤੋਂ ਫਾਇਦਾ ਮਿਲ ਸਕਦਾ ਜੇ। ਤੋ ਇਹੀ ਕਾਰਨ ਜੇ ਕਿ ਇਹਦੇ ਵਿੱਚ ਜਿਹੜਾ ਇਹਨੂੰ ਸੁਪਰ ਫੂਡ ਵਿੱਚ ਇੱਕ ਹੋਰ ਇੰਟਰਸਟਿੰਗ ਚੀਜ਼ ਦੱਸਦੇ ਹਾਂ, ਜਿਨ੍ਹਾਂ ਨੂੰ ਵਾਰ-ਵਾਰ ਪਿਸ਼ਾਬ ਦੇ ਵਿੱਚ ਇਨਫੈਕਸ਼ਨ ਹੁੰਦੀ ਹੋਵੇ, ਇਹਦੇ ਵਿੱਚ ਪ੍ਰੀਵੈਂਟਿਵ ਇਲਾਜ ਨਹੀਂ ਜੇ, ਪ੍ਰੀਵੈਂਟਿਵ ਯਾਨੀ ਜੇ ਤੁਸੀਂ ਉਹਨੂੰ ਰੋਕਣੀ ਹੋਵੇ ਤਾਂ ਇਹ ਈਕੋਲਾਈ ਕੀਟਾਣੂ ਜਿਹੜੇ ਪਿਸ਼ਾਬ ਦੇ ਵਿੱਚ ਇਨਫੈਕਸ਼ਨ ਕਰਦੇ ਨੇ, ਉਹ ਇਹ ਜੇ ਰੈਗੂਲਰ ਤੁਸੀਂ ਇੱਕ ਕੌਲੀ ਖਾਂਦੇ ਰਹਿੰਦੇ ਹੋ ਸਾਲ ਭਰ, ਤਾਂ ਇਹਦੇ ਨਾਲ ਉਸ ਬਿਮਾਰੀ ਤੋਂ ਵੀ ਤੁਹਾਨੂੰ ਬਚਾਅ ਹੋ ਸਕਦਾ। ਪਰ ਨਾਲੋਂ ਨਾਲ ਵਾਧੂ ਪਾਣੀ ਜ਼ਰੂਰ ਪੀਣ। ਉਹਦੇ 'ਚ ਵੀ ਕਰੈਨਬੈਰੀਜ਼ ਤੇ ਬਲੂਬੈਰੀਜ਼ 2 ਇਕੱਠੀਆਂ ਮਿਲਾ ਕੇ ਖਵਾਈਆਂ ਗਈਆਂ ਸਨ। ਤੋ ਜਦੋਂ ਅੰਤ ਦੱਸਾਂਗੀ ਮੇਰਾ ਖਿਆਲ ਤੁਸੀਂ ਵੀ ਖੁਸ਼ ਹੋ ਜਾਓਗੇ, ਕਿਉਂਕਿ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੇ ਜਿੰਨੀਆਂ ਵੀ ਖੋਜਾਂ 'ਚੋਂ ਸਟ੍ਰਾਬੇਰੀਜ਼ ਕੱਲੀਆਂ, ਮਤਲਬ ਇਹ ਬੈਰੀਜ਼ ਜਿੰਨੀਆਂ ਵੀ ਤਰ੍ਹਾਂ ਦੀਆਂ ਨੇ, ਸਾਰੀਆਂ ਦੇ ਵਿੱਚ ਹੀ ਕਿਸੇ 'ਚ ਵੱਧ ਕਿਸੇ 'ਚ ਘੱਟ ਅਸਰ ਹੈ। ਤੋ ਇਕੱਠੀਆਂ ਰਲਾ ਕੇ ਖਾਧੇ ਜਾਓ। ਪਰ ਇੱਕ ਹੋਰ ਇੰਟਰਸਟਿੰਗ ਚੀਜ਼ ਜ਼ਰੂਰ ਦੱਸ ਦਈਏ ਜਾਣ ਤੋਂ ਪਹਿਲਾਂ, 2 ਚੀਜ਼ਾਂ ਬਸ ਅਹਿਮ ਜ਼ਰੂਰ ਦੱਸਣੀਆਂ ਜੀ ਜੀ ਕਿ ਜੇ ਬਿਲਕੁਲ ਤਗੜੀ ਕਸਰਤ ਕੀਤੀ ਹੋਵੇ ਨਾ, ਯਾਨੀ ਜਿਹੜੇ ਓਲੰਪਿਕਸ ਦੇ ਵਿੱਚ ਖੇਡਦੇ ਖਿਡਾਰੀਆਂ ਨੂੰ ਵੀ ਜਦੋਂ ਇਹ ਦਿੱਤਾ ਗਿਆ ਕਿ ਤੁਸੀਂ ਹੁਣ ਐਕਸਰਸਾਈਜ਼ ਕਰਕੇ ਹਟੇ ਹੋ ਜਾਂ ਰਨਿੰਗ ਤੋਂ ਬਾਅਦ, ਤੇ ਕੁਝ ਨੂੰ ਨਹੀਂ ਦਿੱਤਾ ਗਿਆ। ਸੋ ਜਿਨ੍ਹਾਂ ਨੂੰ ਬਲੂਬੈਰੀਜ਼ ਖਾਣ ਨੂੰ ਦਿੱਤੀਆਂ ਗਈਆਂ ਸਨ, ਉਹਨਾਂ ਦਾ ਇਹ ਕਮਾਲ ਦਾ ਅਸਰ ਵੇਖਿਆ ਗਿਆ ਕਿ ਉਹ ਬਲੂਬੈਰੀਜ਼ ਖਾਣ ਵਾਲਿਆਂ ਨੂੰ ਉਹਨਾਂ ਨੇ ਦੇਖਿਆ ਕਿ ਜੇ ਉਹਨਾਂ ਦੇ ਪੱਠਿਆਂ ਦੀ ਖਿੱਚ ਸੀ ਜਾਂ ਪੀੜ ਸੀ, ਥਕਾਵਟ ਸੀ, ਉਹ ਸਿਰਫ ਤੇ ਸਿਰਫ ਇਹਦੀ ਇਹ ਇੱਕ ਕੌਲੀ ਬਲੂਬੈਰੀਜ਼ ਦੀ ਉਹਨਾਂ ਨੇ ਖਾਣ ਤੋਂ ਘੰਟੇ ਦੇ ਬਾਅਦ ਦੇਖਿਆ ਗਿਆ ਕਿ ਉਹਨਾਂ ਨੂੰ ਕਾਫੀ ਫਾਇਦਾ ਹੋਇਆ। ਸੋ ਜੇ ਕਸਰਤ ਤਗੜੀ ਕਰਨ ਤੋਂ ਬਾਅਦ ਤੁਸੀਂ ਬਲੂਬੈਰੀਜ਼ ਲੈ ਲੈਂਦੇ ਹੋ ਤਾਂ ਫਿਰ ਕਿਸੇ ਹੋਰ ਦਵਾਈ ਦੀ ਜਾਂ ਕਿਸੇ ਹੋਰ ਚੀਜ਼ ਦੀ ਲੋੜ ਨਹੀਂ। ਈਵਨ ਜਿਹੜਾ ਸੰਸਾਰ ਪ੍ਰਸਿੱਧ ਮੇਓ ਕਲੀਨਿਕ ਜੇ, ਹੁਣ ਤੁਸੀਂ ਇਸ ਤੋਂ ਵੱਡੀ ਮੈਂ ਕੀ ਤੁਹਾਨੂੰ ਪ੍ਰਤੱਖ ਸਬੂਤ ਦਿਆਂ ਕਿ ਉਹਨਾਂ ਨੇ ਕਲੀਅਰ ਕੱਟ ਲਿਖ ਦਿੱਤਾ, ਜੇ ਕੈਂਸਰ ਤੋਂ ਬਚਣਾ ਜੇ, ਜੇ ਬੁਢੇਪੇ ਤੋਂ ਬਚਣਾ ਜੇ, ਜ਼ਿਆਦਾ ਦੇਰ ਜਵਾਨ ਰਹਿਣਾ, ਤਾਂ ਫਿਰ ਭਾਈ ਚੋਟੀ ਦੇ 10 ਖਾਣੇ ਜ਼ਰੂਰ ਖਾਇਓ। ਹੁਣ ਤੁਸੀਂ ਦੱਸ ਦਿਓ ਵੀ ਆਪਾਂ ਮੁਫਤ ਤੋਂ 10 ਖਾਣੇ ਦੱਸ ਦਈਏ ਬਿਲਕੁਲ ਦੱਸਣਾ ਚਾਹੀਦੇ ਆ ਜੀ। ਫਿਰ ਸ਼ਰਤ ਤਾਂ ਹੋਊਗੀ ਵੀ ਬਲੂਬੈਰੀਆਂ ਤਾਂ ਭੇਜ ਦਿਓ। ਬਿਲਕੁਲ ਠੀਕ ਹੈ ਜੀ। ਕਿਉਂਕਿ ਉਸ ਤੇ ਜਿੱਦਾਂ ਤੁਸੀਂ ਬਹਾਨਾ ਲਾਇਆ, ਏਦਾਂ ਸ਼ਾਇਦ ਹੋਰ ਵੀ ਸਾਨੂੰ ਬਹਾਨਾ ਲਾ ਦੇਣ ਕਿ ਖਰਾਬ ਹੋ ਜਾਣਗੇ ਇੱਥੇ ਤੱਕ ਭੇਜਦੇ ਜੀ। ਤੋ ਚੋਟੀ ਦੇ ਕਿਉਂਕਿ ਉਹ 10 ਖਾਣੇ ਨੇ, ਤੋ ਮੇਰਾ ਖਿਆਲ ਹੈ ਕਿ ਕੱਲੀਆਂ ਜੇ ਬਲੂਬੈਰੀਜ਼ ਨਹੀਂ ਵੀ ਨੇ ਜਾਂ ਇਹਨਾਂ ਦੀ ਜਿਵੇਂ ਦਵਾਈ ਬਣ ਕੇ ਵੀ ਆ ਜਾਣੀ ਜੇ, ਤਾਂ ਉਹ ਵੀ ਇੱਥੇ ਹੋ ਜਾਣਗੇ। ਪਰ ਬਾਕੀ ਤਾਂ ਘੱਟੋ ਘੱਟ ਕੁਦਰਤੀ ਢੰਗ ਨਾਲ, ਕਿਉਂਕਿ ਦੇਖੋ ਨੰਤੀ, ਜਿਹੜੇ ਸਾਡੇ ਕੋਲ ਇੱਥੇ ਜੈਮਸ ਅਵੇਲੇਬਲ ਨੇ, ਸਾਡੇ ਕੋਲ ਬਹੁਤ ਕੁਝ ਹੋਰ ਨੇ ਇੱਥੇ ਜਿਸ ਤਰੀਕੇ 'ਚ ਬਲੂਬੈਰੀਜ਼ ਪਾਈਆਂ ਜਾਂਦੀਆਂ ਨੇ, ਕਿਉਂਕਿ ਉਹਨਾਂ 'ਚ ਮਿੱਠਾ ਜੇ, ਮਿੱਠੇ ਨਾਲ ਬਲੂਬੈਰੀ ਦਾ ਅਸਰ ਖਤਮ ਹੋ ਜਾਂਦਾ ਜੀ। ਤੋ ਇਸੇ ਲਈ ਉਹ ਚੀਜ਼ ਠੀਕ ਨਹੀਂ ਹੈ। ਜੇ ਕੋਈ ਅੱਜ ਸੋਚ ਰਿਹਾ ਕਿ ਅਸੀਂ ਉਸ ਤਰ੍ਹਾਂ ਖਾ ਰਹੇ ਹਾਂ, ਜਾਂ ਸਮੂਦੀਜ਼ ਦੇ ਵਿੱਚ ਜੇ ਉਹ ਖੰਡ ਪਾ ਕੇ ਬਣਾ ਰਹੇ ਨੇ, ਜੋ ਮੈਂ ਵੈਸੇ ਤਾਂ ਪੀਆ ਹੀ ਆ, ਧੰਨਵਾਦ ਉਸ ਮੇਰੀ ਭੈਣ ਦਾ ਜਿਨ੍ਹਾਂ ਨੇ ਪਿਆਇਆ, ਤੇ ਪਰ ਉਸ 'ਚ ਵੀ ਕਿਉਂਕਿ ਮਿੱਠਾ ਸੀ, ਉਹ ਫਾਇਦਾ ਤਾਂ ਨਹੀਂ ਲਿਆ, ਪਰ ਉਹਨਾਂ ਨੂੰ ਮੈਂ ਦੱਸ ਜ਼ਰੂਰ ਆਈ ਤਾਂ ਮਿੱਠੇ ਤੋਂ ਬਗੈਰ ਬਣਾਇਆ ਕਰੋ। ਤਾਂ ਜਿਹੜੇ ਹੋਰ ਟੋਟਲ 10 ਖਾਣੇ ਚੋਟੀ ਦੇ ਜਿਹੜੇ ਸਾਨੂੰ ਚੁਸਤ ਦਰੁਸਤ ਰੱਖਣਗੇ, ਬਿਮਾਰੀਆਂ ਤੋਂ ਬਚਾ ਸਕਦੇ ਨੇ, ਉਹਨਾਂ ਵਿੱਚ ਸਭ ਤੋਂ ਪਹਿਲਾਂ ਤਾਂ ਇਹੀ ਬਲੂਬੈਰੀਜ਼, ਦੂਸਰੇ ਨੰਬਰ ਤੇ ਆਉਂਦਾ ਜੇ ਹਰਾ ਸੇਬ, ਤੀਸਰੇ ਨੰਬਰ ਤੇ ਆਉਂਦੇ ਜੇ ਬਦਾਮ। ਹੁਣ ਇਹ ਖਾਣਾ ਰੋਜ਼ ਦਾ, ਯਾਨੀ ਇੱਕ ਹਰਾ ਸੇਬ ਹੀ ਜੇ। ਬਦਾਮ ਸਿਰਫ ਇਸ ਤਰ੍ਹਾਂ ਬੰਦ ਮੁੱਠੀ ਦੇ ਅੰਦਰ, ਯਾਨੀ ਤੁਸੀਂ ਵੱਡਾ ਕੌਲਾ ਭਰ ਕੇ ਨਹੀਂ ਖਾਣਾ, ਇੱਕ ਮੁੱਠੀ ਦੇ ਅੰਦਰ। ਤੇ ਫਿਰ ਆਉਂਦੀ ਜੇ ਬਰੋਕਲੀ, ਉਹ ਮਿਲਦੀ ਜੇ ਇੱਥੇ। ਫਿਰ ਸ਼ੱਕਰਕੰਦੀ, ਇੱਥੋਂ ਤੱਕ ਕਹਿ ਦਿੱਤਾ ਗਿਆ ਕਿ ਜੇ ਤੁਸੀਂ ਰੋਜ਼ ਸ਼ੱਕਰਕੰਦੀ ਯਾਨੀ ਹਫ਼ਤੇ ਵਿੱਚ 5 ਦਿਨ ਜੇ ਰੈਗੂਲਰ ਨਾਸ਼ਤੇ ਵਿੱਚ ਤੁਸੀਂ ਲੈ ਲੈਂਦੇ ਹੋ, ਤਾਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਅ ਹੋ ਸਕਦਾ ਜੇ। ਫਿਰ ਗਾਜਰਾਂ,
ਗਾਜਰ ਤਾਂ ਪਾ ਕਮਾਲ ਜੇ ਤੁਸੀਂ ਚਿਹਰੇ ਦੀ ਲਾਲੀ ਬਰਕਰਾਰ ਰੱਖਣੀ, ਜੇ ਖੂਬਸੂਰਤ ਦਿਸਣਾ ਹੈ, ਗੱਲਾਂ ਲਾਲ ਲਾਲ ਤੁਹਾਨੂੰ ਲੱਗਣੀਆਂ ਚਾਹੀਦੀਆਂ ਜੇ, ਤੇ ਗਾਜਰਾਂ ਜ਼ਰੂਰ ਖਾਇਓ। ਫਿਰ ਪੁੰਗਰੀਆਂ ਦਾਲਾਂ ਤੇ ਰਾਜਮਾ। ਹਾਂ, ਫਿਰ ਆਂਦੀ ਜੇ ਵਾਰੀ ਟਮਾਟਰਾਂ ਦੀ, ਦਿਲ ਸਿਹਤਮੰਦ ਰੱਖਣ ਲਈ ਬਿਹਤਰੀਨ ਨੇ। ਤੇ ਫਿਰ ਸਾਡੀ ਪਾਲਣਹਾਰ ਪਾਲਕ, ਇਸ ਤੋਂ ਬਗੈਰ ਤਾਂ ਕਦੇ ਵੀ, ਮੈਂ ਹਮੇਸ਼ਾ ਹੀ ਜ਼ਿਕਰ ਕੀਤਾ ਹੈ ਕਿ ਤੁਸੀਂ ਰਾਗੀ ਦੇ ਆਟੇ ਦੇ ਵਿੱਚ ਜੇ ਸਵੇਰੇ ਪਾਲਕ ਨਾਲ ਬਰੀਕ ਕੱਟ ਕੇ ਗੁੰਨ ਕੇ ਖਾਂਦੇ ਹੋ ਤਾਂ ਇਹ ਤੁਸੀਂ ਸੁਪਰ ਫੂਡ ਦਾ ਇੱਕ ਹਿੱਸਾ ਬਣ ਜਾਂਦੇ ਹੋ। ਸੋ ਜਿਨ੍ਹਾਂ ਕੋਲ ਸਟ੍ਰਾਬੇਰੀ ਹੈ ਉਹ ਤਾਂ ਸਟ੍ਰਾਬੇਰੀ ਉਹਦੀ ਥਾਂ ਤੇ ਲੈ ਲੈਣ, ਬਲੂਬੇਰੀ ਦੀ ਥਾਂ ਤੇ ਨਹੀਂ ਫਿਰ ਰਾਗੀ ਦੇ ਆਟੇ ਵਿੱਚ ਪਾਲਕ ਜੇ ਤੁਸੀਂ ਗੁੰਨ ਕੇ ਇਹ ਖਾ ਲੈਂਦੇ ਹੋ ਤਾਂ ਤੁਸੀਂ ਸਮਝ ਲਓ ਕਿ ਪੁਰਾਣੇ ਸਮਿਆਂ ਦੇ ਬਜ਼ੁਰਗਾਂ ਵਾਂਗ 100 ਸਾਲ ਤੱਕ ਤੁਸੀਂ ਬੋਰੀ ਕਣਕ ਦੀ ਪਿੱਛੇ ਚੁੱਕ ਕੇ ਤੁਰ ਸਕਦੇ ਹੋ, ਤੁਹਾਨੂੰ ਕੋਈ ਹਿਲਾ ਵੀ ਨਹੀਂ ਸਕਦਾ। ਤੇ ਇੱਕ ਆਖਰੀ ਖੁਰਾਕ ਜੇ ਮੱਛੀ, ਬਹੁਤ ਬਿਹਤਰੀਨ ਹੈ। ਜਿਹੜੇ ਕਿਉਂਕਿ ਇਹਦੇ 'ਚ ਸਾਰਾ ਕੁਛ ਹੀ ਵੈਜੀਟੇਰੀਅਨ, ਸਿੱਖ ਨੋਨ ਵੈਜੀਟੇਰੀਅਨ ਵਾਲਿਆਂ ਲਈ ਜੇ ਤੁਸੀਂ ਮੱਛੀ ਖਾ ਲੈਂਦੇ ਹੋ ਹਫ਼ਤੇ 'ਚ 3 ਵਾਰ ਤਾਂ ਕਮਾਲ ਹੀ ਜੇ। ਤੋ ਇਸੇ ਲਈ ਬੰਗਾਲੀ ਤੁਸੀਂ ਦੇਖਦੇ ਹੋ ਕਿ ਹੋਰ ਕੁਝ ਵੀ ਨਹੀਂ ਬਾਕੀ ਚੀਜ਼ਾਂ ਖਾਂਦੇ, ਪਰ ਇਹ ਮੱਛੀ ਖਾਂਦੇ ਰਹਿਣ ਨਾਲ ਤਾਂ ਕਾਫੀ ਸਿਹਤਮੰਦ ਨੇ। ਹੁਣ ਯਾਨੀ ਸੰਤੁਲਿਤ ਖੁਰਾਕ, ਕਸਰਤ ਤੇ ਇਹ ਜਿਹੜੀਆਂ ਚੀਜ਼ਾਂ ਅਸੀਂ ਦੱਸ ਦਿੱਤੀਆਂ ਜੇ ਮੁਫ਼ਤੋਂ ਮੁਫ਼ਤ, ਤਾਂ ਜੀ। ਤੁਸੀਂ ਹੁਣ ਇਹਦੇ 'ਚ ਜੇ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਮੇਰਾ ਖਿਆਲ ਇਸ ਤੋਂ ਬਗੈਰ ਗੁਜ਼ਾਰਾ ਨਹੀਂ ਜੇ। ਬਹੁਤ ਸ਼ੁਕਰੀਆ ਜੀ, ਤੁਸੀਂ ਆਪਣੇ ਅਨਮੋਲ ਖਜ਼ਾਨੇ ਦੇ ਵਿੱਚੋਂ ਸਾਨੂੰ ਬੁੱਕਾਂ ਭਰ ਕੇ ਗਿਆਨ ਵੰਡਿਆ, ਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ। ਬਹੁਤ ਮਿਹਰਬਾਨੀ। ਤਾਂ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਨ ਦਾ ਵੇਲਾ ਹੋ ਚੱਲਿਆ। ਤੁਸੀਂ ਇਸ ਪ੍ਰੋਗਰਾਮ ਨੂੰ ਵੇਖਣ ਲਈ ਆਪਣਾ ਸਮਾਂ ਕੱਢਿਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਇਸ ਪ੍ਰੋਗਰਾਮ ਮੁਤਲਕ ਤੁਹਾਡੇ ਸੁਝਾਅ, ਟਿੱਪਣੀਆਂ ਤੇ ਤੁਹਾਡੇ ਸਵਾਲ, ਉਹਨਾਂ ਦਾ ਸਾਨੂੰ ਇੰਤਜ਼ਾਰ ਰਹੇਗਾ। ਅਗਲੇ ਕਿਸੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਵਾਲਾਂ ਦੇ ਜਵਾਬ ਡਾਕਟਰ ਹਰਸ਼ਿੰਦਰ ਕੌਰ ਜੀ ਹੋਰਾਂ ਤੋਂ ਜ਼ਰੂਰ ਲੈਣ ਦੀ ਕੋਸ਼ਿਸ਼ ਕਰਾਂਗੇ। ਫਿਲਹਾਲ ਮੈਨੂੰ ਆਨੰਦਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ। ਵੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।